ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਪੰਜਾਬ ਦੇ ਅਹਿਮ ਮਸਲੇ ਲੈ ਕੇ ਹਾਜ਼ਰ ਹਾਂ। ਸਿੰਘੂ ਬਾਰਡਰ ਦੇ ਉੱਤੇ ਬਾਬਾ ਰਾਮ ਸਿੰਘ ਹੋਣਾ ਦਾ ਇਸ ਦੁਨੀਆ ਤੋਂ ਜਾਣਾ, ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਕਿਸਾਨੀ ਅੰਦੋਲਨ ਦੇ ਵਿੱਚ ਦਖਲ ਦੇਣਾ, ਇਹ ਅਹਿਮ ਮਸਲੇ ਨੇ ਜਿਨ੍ਹਾਂ ਦੇ ਵਿੱਚ ਅੱਜ ਚਰਚਾ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਸੁਰਿੰਦਰ ਡੱਲਾ ਹੋਣਾ ਦਾ ਸਵਾਗਤ ਕਰਦੇ ਹਾਂ, ਫਿਰ ਚਰਚਾ ਦੇ ਵੱਲ ਵਧਦੇ ਹਾਂ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਦੁਖਦ ਖਬਰ ਕੁੰਡਲੀ ਬਾਰਡਰ ਦੇ ਉੱਤੋਂ ਆਈ ਹੈ ਕਿ ਬਾਬਾ ਰਾਮ ਸਿੰਘ ਜਿਨ੍ਹਾਂ ਨੇ ਆਪਣੀ ਜੀਵਨ ਲੀਲਾ ਆਪ ਹੀ ਸਮਾਪਤ ਕੀਤੀ ਹੈ, ਨੋਟ ਲਿਖਿਆ ਉਹਦੇ ਵਿੱਚ ਕਿਹਾ ਕਿ ਕਿਸਾਨਾਂ ਦਾ ਦੁੱਖ ਮੇਰੇ ਤੋਂ ਨਹੀਂ ਜਰਿਆ ਜਾ ਰਿਹਾ। ਕਿਸ ਤਰ੍ਹਾਂ ਵੇਖ ਰਹੇ ਹੋ ਇਸ ਨੂੰ? ਦੇਖੋ, ਇਹ ਬਹੁਤ ਹੀ ਭਾਵਨਾਤਮਕ ਮੁੱਦਾ ਹੈ। ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਲੋਕ ਇਹ ਕਹਿ ਰਹੇ ਨੇ, ਐਲੀਗੇਸ਼ਨ ਲਾ ਰਹੇ ਨੇ ਵੀ ਇਹ ਅੰਦੋਲਨ ਗਲਤ ਪਾਸੇ ਜਾ ਰਿਹਾ ਹੈ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਬਹੁਤ ਹੀ ਇੱਕ ਭਾਵਨਾਤਮਕ ਮੁੱਦਾ ਹੈ ਔਰ ਕਿੰਨਾ ਦੁਖੀ ਹੋਏ ਹੋਣਗੇ ਬਾਬਾ ਜੀ, ਕਿਉਂਕਿ ਜਿਹੜੇ ਲੋਕ ਵੀ ਉਸ ਥਾਂ ਤੇ ਜਾ ਰਹੇ ਨੇ, ਮੋਰਚੇ ਵਾਲੀ ਥਾਂ ਤੇ ਜਾ ਰਹੇ ਨੇ, ਅੰਦੋਲਨ ਵਾਲੀ ਥਾਂ ਤੇ ਜਾ ਰਹੇ ਨੇ, ਐਡੀ ਹੱਡ ਕੰਬਾਊ ਠੰਡ, ਕਿੰਨੇ ਲੋਕ ਸਾਡੇ ਉੱਥੇ ਸ਼ਹੀਦ ਹੋ ਗਏ। ਇਹਨਾਂ ਨੂੰ ਵੀ ਮੈਂ ਸ਼ਹੀਦਾਂ 'ਚ ਹੀ ਗਿਣਦਾ। ਇਹਨਾਂ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਣਾ ਯੋਗਦਾਨ ਆਪਣੀ ਕੁਰਬਾਨੀ ਨਾਲ ਦੇ ਰਿਹਾ, ਤਾਂ ਕਿ ਕੋਈ ਇਹ ਇਲਜ਼ਾਮ ਨਾ ਲਾਵੇ ਕਿ ਇਹ ਅੰਦੋਲਨ ਹਿੰਸਕ ਹੋ ਗਿਆ, ਇਹ ਅੰਦੋਲਨ ਮਰਿਆਦਾਵਾਂ ਤੋੜ ਗਿਆ, ਇਹ ਜ਼ੁਲਮ, ਉਹਨਾਂ ਨੇ ਕਿਹਾ ਕਿ ਜ਼ੁਲਮ ਹੋ ਰਿਹਾ। ਦੇਖਿਆ ਜਾਵੇ ਤਾਂ ਲੋਕਤੰਤਰ ਚੁਣਦੇ ਨੇ। ਤੰਤਰ ਨੂੰ ਅਸੀਂ ਸਰਕਾਰ ਦਾ ਨਾਮ ਦਿੱਤਾ ਜੀ, ਲੋਕਾਂ ਨੇ ਤੰਤਰ ਚੁਣਿਆ। ਤੰਤਰ ਸਾਡੀ ਸਰਕਾਰ ਹੈ। ਉਹ ਤੰਤਰ ਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ, ਲੋਕਾਂ ਦੇ ਹਿਸਾਬ ਨਾਲ ਹੱਲ ਕਰਨੇ ਚਾਹੀਦੇ ਨੇ। ਅਗਰ ਤੰਤਰ ਦਾ ਕੋਈ ਫੈਸਲਾ ਲੋਕਾਂ ਨੂੰ ਨਾ ਪਸੰਦ ਹੈ ਤੇ ਤੰਤਰ ਨੂੰ ਨਿਮ ਕੇ, ਝੁਕ ਕੇ, ਗਰਦਨ ਚੋਂ ਸਰੀਆ ਕੱਢ ਕੇ ਲੋਕਾਂ ਦੀ ਗੱਲ ਗੌਰ ਨਾਲ ਸੁਣਨੀ ਚਾਹੀਦੀ ਹੈ। ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਸਾਡੀ ਸਰਕਾਰ ਨੇ ਸਮੁੱਚੇ ਰੂਪ 'ਚ ਕਿਸਾਨਾਂ ਦੀ ਗੱਲ ਨਹੀਂ ਸੁਣੀ। ਚਾਹੀਦਾ ਤਾਂ ਇਹ ਸੀ ਕਿ ਸਰਕਾਰ ਦੇ ਮੰਤਰੀ ਆਪ ਉਸ ਧਰਨੇ ਵਾਲੀ ਥਾਂ ਤੇ ਆ ਕੇ ਬਹਿ ਜਾਂਦੇ, ਵੀ ਜਿੱਥੇ ਠੰਡ 'ਚ ਸਾਡੇ ਲੋਕ, ਬੀਬੀਆਂ, ਬੱਚੇ ਬੈਠੇ ਆ, ਉੱਥੇ ਬੈਠ ਕੇ ਮੀਟਿੰਗ ਕਰਦੇ ਜੀ। ਬੰਦ ਕਮਰਾ ਮੀਟਿੰਗਾਂ ਦਾ ਕੀ ਮਤਲਬ? ਉੱਥੇ ਮੀਟਿੰਗ ਕਰਕੇ ਜਾਂਦੇ, ਉੱਥੇ ਆਉਂਦੇ। ਬੀਜੇਪੀ ਵਾਲਿਆਂ ਨੇ ਕਿਹੜਾ ਧਰਨੇ ਨਹੀਂ ਮਾਰੇ? ਮਨਮੋਹਨ ਸਿੰਘ ਦੇ ਰਾਜ 'ਚ ਅਟਲ ਬਿਹਾਰੀ ਵਾਜਪਾਈ ਹੋਣੀ, ਲਾਲ ਕ੍ਰਿਸ਼ਨ ਅਡਵਾਨੀ ਹੋਣੀ, ਕਾਂਗਰਸ ਦੇ ਖਿਲਾਫ ਕਿੰਨੇ ਇਹਨਾਂ ਨੇ ਧਰਨੇ ਮਾਰੇ ਆ ਜੀ। ਕਿੰਨੀਆਂ ਸੜਕਾਂ ਬੀਜੇਪੀ ਵਾਲਿਆਂ ਨੇ ਜਾਮ ਕੀਤੀਆਂ ਨੇ। ਮੈਂ ਨਹੀਂ ਕਹਿੰਦਾ ਉਹਨਾਂ ਨੇ ਗਲਤ ਕੀਤਾ, ਪਰ ਕਾਨੂੰਨ ਤਾਂ ਕਿਸੇ ਵੀ ਧਰਨੇ ਨੂੰ, ਸੜਕ ਰੋਕਣ ਨੂੰ ਗਲਤ ਕਰਾਰ ਦਿੰਦਾ ਨਾ ਜੀ। ਇਸ ਕਰਕੇ ਕਈ ਵਾਰੀ ਲੋਕਤੰਤਰ ਦੇ ਵਿੱਚ ਜਿਹੜੇ ਲੋਕ ਨੇ, ਲੋਕਾਂ ਦੀ ਗੱਲ ਨਿਮ ਕੇ ਸਰਕਾਰਾਂ ਨੂੰ ਸੁਣਨੀ ਚਾਹੀਦੀ ਹੈ। ਕਾਨੂੰਨ ਲੋਕਾਂ ਲਈ ਬਣਾਏ ਜਾਂਦੇ ਨੇ। ਜਦੋਂ ਐਡੀ ਵੱਡੀ ਗਿਣਤੀ ਸੂਬਿਆਂ ਦੀ, ਪੰਜਾਬ, ਮੈਂ ਕਹਿੰਦਾ ਬਾਕੀ ਦੇਸ਼ ਦੇ ਬਾਕੀ ਸੂਬਿਆਂ ਨੂੰ ਛੱਡ ਦਿਓ, ਪੰਜਾਬ ਤੇ ਹਰਿਆਣੇ ਦੀ ਗੱਲ ਹੋ ਰਹੀ ਹੈ ਨਾ। ਸਭ ਤੋਂ ਵੱਧ ਕਣਕ, ਝੋਨਾ, ਖੇਤੀਬਾੜੀ ਪੰਜਾਬ ਤੇ ਹਰਿਆਣੇ ਦੀ ਹੈ। ਮੈਂ ਕਹਿੰਦਾ ਮੁਲਕ 'ਚ ਤੁਸੀਂ ਸਰਵੇਖਣ ਕਰਾ ਲਓ, ਸਭ ਤੋਂ ਵੱਧ ਟਰੈਕਟਰ, ਕੰਬਾਈਨਾਂ, ਖੇਤੀ ਸੰਦ ਪੰਜਾਬ ਤੇ ਹਰਿਆਣੇ 'ਚ ਹੋਣੇ ਆ ਜੀ। ਸਭ ਤੋਂ ਵੱਧ ਸਿੰਚਾਈ ਯੋਗ ਭੂਮੀ ਪੰਜਾਬ ਤੇ ਹਰਿਆਣੇ 'ਚ ਹੈ। ਸਭ ਤੋਂ ਵੱਧ ਪ੍ਰਤੀ ਏਕੜ ਜਿਹੜੀ ਖੇਤੀਬਾੜੀ ਦੇ ਤਹਿਤ ਜ਼ਮੀਨ ਹੈ ਉਹ ਪੰਜਾਬ 'ਚ ਹੋਣੀ ਹੈ। ਭਾਵੇਂ ਅਸੀਂ 2% ਆ ਪੰਜਾਬ ਵਾਲੇ ਆਬਾਦੀ ਦੇ ਵਿੱਚ ਵੀ, ਔਰ ਭੂਗੋਲਿਕ ਰਕਬਾ ਵੀ ਸਾਡਾ ਬਹੁਤ ਥੋੜਾ ਹੈ ਜੀ, ਪਰ ਇਸ ਦੇ ਬਾਵਜੂਦ ਯੋਗਦਾਨ ਬਹੁਤ ਵੱਡਾ ਹੈ। ਇਹਨੂੰ ਕਿਵੇਂ ਨਕਾਰ ਦੇਣਾ ਕਿਸੇ ਸਰਕਾਰ ਲਈ ਐਡਾ ਆਸਾਨ ਹੋ ਜੇ? ਇਹ ਨਹੀਂ ਹੋਣਾ ਚਾਹੀਦਾ ਜੀ। ਸੋ ਜਿਹੜੀ ਬਾਬਾ ਰਾਮ ਸਿੰਘ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਹੈ, ਕਿਤੇ ਨਾ ਕਿਤੇ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਇਹ ਅੰਦੋਲਨ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਐਡੀਆਂ ਠੰਡ 'ਚ ਬਜ਼ੁਰਗ, ਬੀਬੀਆਂ, ਬੱਚੇ ਉੱਥੇ ਬੈਠੇ ਨੇ, ਛੋਟੇ ਛੋਟੇ, ਉਹ ਭਾਵਨਾਵਾਂ ਨਾਲ ਜੁੜੀਆਂ ਨੇ ਖੇਤੀਬਾੜੀ ਦੀਆਂ ਜੀ। ਦੇਖੋ, ਜਦੋਂ ਖੇਤੀਬਾੜੀ ਦਾ ਢਾਂਚਾ ਚਰਮਰਾਉਂਦਾ ਨਾ, ਪਹਿਲਾਂ ਹੀ ਪੰਜਾਬ 'ਚ ਤਾਂ ਕਿੰਨੇ ਜ਼ਿਆਦਾ ਸੁਸਾਈਡ ਨੇ ਗਗਨ ਜੀ, ਕਿੰਨੇ ਕਿਸਾਨਾਂ ਨੇ ਆਤਮ ਹੱਤਿਆਵਾਂ ਕੀਤੀਆਂ ਨੇ। ਕਦੀ ਸਰਕਾਰ ਨੇ ਇਹਦੇ ਉੱਪਰ ਕਾਨੂੰਨ ਬਣਾਇਆ ਵੀ ਆਤਮ ਹੱਤਿਆਵਾਂ ਨੂੰ ਅਸੀਂ ਕਿਵੇਂ ਨਜਿੱਠਣਾ? ਤੁਸੀਂ ਦੱਸ ਦਿਓ, ਕੋਈ ਕੇਂਦਰ ਦੀ ਸਰਕਾਰ ਨੇ ਪਿਛਲੇ 5 ਸਾਲਾਂ 'ਚ ਪਾਰਲੀਮੈਂਟ ਦੇ ਵਿੱਚ ਕੋਈ ਖਾਸ ਮੁਆਵਜ਼ੇ ਦਾ ਐਲਾਨ ਕੀਤਾ ਹੋਵੇ ਕਿ ਸਾਡੇ ਇਹ ਕਿਸਾਨ ਖੇਤੀਬਾੜੀ ਵਾਲੇ ਆਤਮ ਹੱਤਿਆਵਾਂ ਕਰ ਗਏ, ਅਸੀਂ ਇਹਨਾਂ ਦੀ ਸਾਰ ਲੈ ਲਈਏ? ਸੋ ਇਹ ਸਰਕਾਰਾਂ ਇਸੇ ਕਰਕੇ ਚੁਣੀਆਂ ਜਾਂਦੀਆਂ ਨੇ। ਸਰਕਾਰਾਂ ਜ਼ਿੱਦ ਲਈ ਨਹੀਂ ਬਣੀਆਂ। ਕੁਦਰਤ, ਦੇਖੋ, ਕੁਦਰਤ ਹੈ ਜਿਹੜੀ, ਹੁਣ ਇਹ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਕੁਦਰਤ ਨੇ ਇਹ ਗੱਲ ਤੋਰੀ ਹੈ ਵੀ ਦੇਖੋ, ਸੁਪਰੀਮ ਕੋਰਟ ਦਾ ਵਿੱਚ ਦਖਲ ਆ ਗਿਆ। ਸੁਪਰੀਮ ਕੋਰਟ ਨੇ ਗੱਲ ਸੁਣੀ, ਪਟੀਸ਼ਨ ਪਾਈ ਸੀ। ਇੱਕ ਕਾਨੂੰਨ ਦੇ ਵਿਦਿਆਰਥੀ ਨੇ, ਰਿਸ਼ਭ ਸ਼ਰਮਾ, ਉਹਨਾਂ ਨੇ ਪਟੀਸ਼ਨ ਪਾਈ ਸੀ। ਉਹਨਾਂ ਦੀ ਗੱਲ ਆਪਣੀ ਥਾਂ ਤੇ ਜਾਇਜ਼ ਹੈ ਕਿ ਸੜਕਾਂ ਨਹੀਂ ਰੁਕਣੀਆਂ ਚਾਹੀਦੀਆਂ, ਪਰ ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣੋ। ਪੰਜਾਬ ਦੇ ਕਿਸਾਨ ਉੱਥੇ ਸੜਕਾਂ ਰੋਕਣ ਥੋੜੀ ਗਏ ਸੀ। ਪੰਜਾਬ ਦੇ ਕਿਸਾਨਾਂ ਨੇ ਤਾਂ ਥਾਂ ਮੰਗੀ ਸੀ
ਵੀ ਸਾਨੂੰ ਜੰਤਰ ਮੰਤਰ ਜਾ ਲੈਣ ਦਿਓ। ਜੰਤਰ ਮੰਤਰ ਥਾਂ ਹੀ ਧਰਨਿਆਂ ਲਈ ਨਿਯੁਕਤ ਹੈ ਜੀ ਸਰਕਾਰ। ਜੰਤਰ ਮੰਤਰ ਦੀ ਮਨਜ਼ੂਰੀ ਦੇ ਦਿੰਦੀ, ਸਾਰੇ ਸਾਡੇ ਕਿਸਾਨ ਜੰਤਰ ਮੰਤਰ ਤੇ ਜਾ ਕੇ ਧਰਨਾ ਦੇ ਲੈਂਦੇ। ਜੀ ਸਰਕਾਰ ਨੇ ਰਾਹ ਰੋਕੇ, ਸੜਕਾਂ ਸਰਕਾਰ ਨੇ ਪੱਟੀਆਂ, ਕਿਸਾਨਾਂ ਨੂੰ ਜਿੱਥੇ ਰੋਕਿਆ ਉਹ ਬਹਿ ਗਏ। ਜੀ ਫਿਰ ਹੁਣ ਸਰਕਾਰ ਜਿੱਦ ਕਰਦੀ ਹੈ ਵੀ ਹੁਣ ਤੁਸੀਂ ਇੱਥੋਂ ਵੀ ਉੱਠੋ। ਸੋ ਸਰਕਾਰਾਂ ਕੋਲੇ ਹਿੰਦੁਸਤਾਨ ਦੀ ਰਜਿਸਟਰੀ ਆਰਜੀ ਹੈ 5 ਸਾਲਾਂ ਦੀ, ਜੀ। ਕਿ ਤੁਸੀਂ 5 ਸਾਲ ਜਿੰਨੀ ਦੇਰ ਸੱਤਾ ਚੋਂ ਉਨੀ ਦੇਰ ਤੁਸੀਂ ਸਰਕਾਰ ਰਾਜ ਭਾਗ ਚਲਾਓ। ਪੱਕੀਆਂ ਰਜਿਸਟਰੀਆਂ ਕਿਸੇ ਕੋਲੇ ਨਹੀਂ ਹੁੰਦੀਆਂ ਮੁਲਕਾਂ ਦੀਆਂ। ਸੋ ਹੁਣ ਸੁਪਰੀਮ ਕੋਰਟ ਕੋਲੇ ਗੱਲ ਪਹੁੰਚੀ ਹੈ ਗਗਨ ਜੀ। ਸੋ ਦੁੱਖ ਬੜਾ ਹੋਇਆ ਰਾਮ ਸਿੰਘ ਉਹਨਾਂ ਦੀ ਜਿਹੜੀ ਕੁਰਬਾਨੀ ਹੋਈ ਹੈ, ਔਰ ਇਹਦੇ ਤੋਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ ਕਿ ਅਸੀਂ ਇਸ ਅੰਦੋਲਨ ਨੂੰ ਭਾਵਨਾਤਮਕ ਸ਼ਾਂਤੀਪੂਰਵਕ ਤਰੀਕੇ ਨਾਲ ਹੀ ਚਲਾਵਾਂਗੇ। ਉਹਨਾਂ ਦਾ ਜਾਣਾ ਬੜਾ ਦੁਖਦਾਈ ਹੈ। ਬਹੁਤ ਹੀ ਚੰਗਾ ਹੁੰਦਾ ਅਗਰ ਉਹ ਇਹ ਕਦਮ ਨਾ ਚੁੱਕਦੇ, ਪਰ ਉਹ ਆਪਣੀਆਂ ਭਾਵਨਾਵਾਂ ਤੇ ਕਾਬੂ ਨਹੀਂ ਰੱਖ ਸਕੇ, ਦੁੱਖ ਨਹੀਂ ਜਰ ਸਕੇ। ਬਜ਼ੁਰਗ ਕਿੰਨੇ ਸਾਡੇ ਬਜ਼ੁਰਗ ਉੱਥੋਂ ਸ਼ਹੀਦ ਹੋ ਕੇ ਉਹਨਾਂ ਦੇ ਪਰਿਵਾਰਾਂ ਕੋਲੇ ਵਾਪਸ ਉਹਨਾਂ ਦੀਆਂ ਮ੍ਰਿਤਕ ਦੇਹਾਂ ਆ ਰਹੀਆਂ ਨੇ। ਇਹ ਗੱਲ ਕੇਂਦਰ ਨੂੰ ਵੀ ਯਾਦ ਰੱਖਣੀ ਚਾਹੀਦੀ ਹੈ, ਔਰ ਸਾਡੀ ਸੱਤਾਧਾਰੀ ਐਨਡੀਏ ਦੀਆਂ ਬੀਜੇਪੀ ਔਰ ਭਾਈਵਾਲ ਪਾਰਟੀਆਂ ਨੂੰ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਲੋਕ ਉੱਥੇ ਜਿਸ ਅੰਦੋਲਨ 'ਚ ਲੋਕ ਠੰਡ ਨਾਲ ਸ਼ਹੀਦ ਹੋਏ ਹੋਣ, ਉਹ ਅੰਦੋਲਨ ਕਿਸੇ ਦੇ ਗੁੰਮਰਾਹ ਕੀਤੇ ਨਹੀਂ ਹੋਇਆ ਕਰਦੇ ਜੀ। ਇਹ ਹਰ ਗੱਲ ਤੇ ਕਹਿ ਦਿੰਦੇ ਆ ਨਾ ਵੀ ਇਹ ਕਾਂਗਰਸ ਭੜਕਾ ਰਹੀ ਹੈ। ਮੈਂ ਬੜਾ ਹੈਰਾਨ ਆ ਕਿ ਸਾਡੀਆਂ ਸਰਕਾਰਾਂ ਦੇ ਮੰਤਰੀ ਇਹ ਸਾਰੇ ਕਾਂਗਰਸ ਦੇ ਪਿੱਛੇ ਪੈ ਗਏ। ਜੇ ਕਾਂਗਰਸ ਐਡੀ ਜੋਗੀ ਹੁੰਦੀ ਅੱਜ ਸੱਤਾ 'ਚ ਬੈਠੀ ਹੁੰਦੀ ਕਾਂਗਰਸ, ਉਹ 50 ਸੀਟਾਂ ਤੋਂ ਘਟ ਗਏ ਉਹਨਾਂ ਦੇ ਐਮਪੀ ਕਾਂਗਰਸ ਦੇ। ਜੀ ਹੈ ਜੀ, ਬਿਲਕੁਲ। ਦੇਖਿਆ ਜਾਵੇ ਤਾਂ ਕਾਂਗਰਸ ਕਿੱਥੋਂ ਗੁੰਮਰਾਹ ਕਰ ਲੂ ਕਿਸਾਨਾਂ ਨੂੰ। ਕਾਂਗਰਸ ਐਡੀ ਜੋਗੀ ਕਿੱਥੇ ਆ ਵੀ ਉਹ ਕਿਸਾਨਾਂ ਨੂੰ ਗੁੰਮਰਾਹ ਕਰ ਜੇ। ਜੀ। ਸੋ ਸਾਰੀ ਗੱਲ ਹੁਣ ਵੀ ਕਾਂਗਰਸ ਤੇ ਸੁੱਟੀ ਜਾਂਦੀ ਹੈ, ਸੱਤਾਧਾਰੀ ਕਾਂਗਰਸ ਤੇ ਸੁੱਟੀ ਜਾਂਦੇ ਆ। ਜੀ। ਕਈ ਵਾਰੀ ਅਸੀਂ ਜ਼ਰੂਰਤ ਨਾਲੋਂ ਵੱਧ ਗਗਨ ਜੀ, ਝੂਠ ਨੂੰ ਜ਼ਰੂਰਤ ਨਾਲੋਂ ਵੱਧ ਤਵੱਜਾ ਦਿਓ, ਸੱਚ ਲੱਗਣ ਲੱਗ ਜਾਂਦਾ, ਸੱਚ ਬਣਨ ਲੱਗ ਜਾਂਦਾ। ਬਿਲਕੁਲ। ਕਿਤੇ ਉਹੀ ਕੰਮ ਨਾ ਹੋਵੇ ਕਿ ਸਮਰਥਨ ਆਉਣ ਵਾਲੇ ਸਮੇਂ 'ਚ ਮੁੜ ਕਾਂਗਰਸ ਵਾਲੇ ਪਾਸੇ ਨੂੰ ਤੁਰਨ ਲੱਗ ਜੇ ਵੀ ਜੇ ਹਰ ਕੰਮ 'ਚ ਹੀ ਕਾਂਗਰਸ ਹੈ ਤੇ ਫਿਰ ਕਾਂਗਰਸ ਹੀ ਠੀਕ ਹੈ। ਬਿਲਕੁਲ। ਹਾਲਾਂਕਿ ਮੈਂ ਨਹੀਂ ਮੰਨਦਾ ਕਿ ਇਹਦੇ ਪਿੱਛੇ ਕਾਂਗਰਸ ਹੈ। ਕਾਂਗਰਸ ਐਡੀ ਜੋਗੀ ਰਹੀ ਨਹੀਂ। ਕਈ ਵਾਰੀ ਸਰਕਾਰਾਂ ਦੀਆਂ ਨੀਤੀਆਂ ਖਾਲੀ ਪਏ ਗੁਬਾਰੇ 'ਚ ਗੈਸ ਭਰ ਦਿੰਦੀਆਂ। ਜੀ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਆ ਸੱਤਾ ਧਿਰ ਨੇ ਆਪ ਹੀ ਕਾਂਗਰਸ ਤਕੜੀ ਕਰ ਲੈਣੀ ਹੈ ਕਹਿ ਕੇ। ਕਾਂਗਰਸ ਵਾਲੇ ਭਾਵੇਂ ਐਡੇ ਜੋਗੇ ਆਪ ਹੋਣ ਹੀ ਨਾ, ਜੀ, ਇਹਨਾਂ ਨੇ ਕਾਂਗਰਸ ਕਰਕੇ ਕਾਂਗਰਸ ਤਕੜੀ ਕਰ ਦੇਣੀ ਮੈਨੂੰ ਲੱਗਦਾ। ਸੋ ਪਰ ਇਸ ਅੰਦੋਲਨ 'ਚ, ਕਿਸਾਨਾਂ ਦੇ ਅੰਦੋਲਨ 'ਚ ਕੋਈ ਪੋਲੀਟੀਕਲ ਪਾਰਟੀ ਦਾ ਦਖਲ ਨਹੀਂ। ਆਪ ਵਾਲੇ ਦੇਖ ਲਓ, ਪਹਿਲਾਂ ਕਾਨੂੰਨ ਲਾਗੂ ਕਰਤੇ ਉੱਥੇ, ਮੁੜ ਕੇ ਉੱਥੇ ਧਰਨਿਆਂ ਤੇ ਆਪ ਵਰਤ ਤੇ ਬਹਿ ਗਏ ਕੇਜਰੀਵਾਲ ਸਾਹਿਬ। ਭਗਵੰਤ ਮਾਨ ਜੀ ਨੇ ਇੱਕ ਵਾਰੀ ਨਹੀਂ ਕਿਹਾ ਵੀ ਉੱਥੇ ਹੁਣੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਓ, ਦਿੱਲੀ ਹੁਣੀ ਰੱਦ ਕਰ ਦਿਓ ਮਤੇ ਕਾਨੂੰਨ। ਆ ਨਵੀਂ ਗੱਲ ਆ ਗਈ, ਪ੍ਰੈਸ ਕਾਨਫਰੰਸ ਕਰਤੀ, ਕਹਿੰਦੇ ਜੀ ਅਸੀਂ ਤਾਂ ਯੂਪੀ ਦੀਆਂ ਚੋਣਾਂ ਵੀ ਲੜਨੀਆਂ। ਜੀ। ਹੈ ਜੀ। ਸੋ ਤੁਸੀਂ ਦੇਖੋ, ਸਬਜ਼ੀ ਥੈਲੇ 'ਚੋਂ ਬਾਹਰ ਆ ਗਈ। ਬਿਲਕੁਲ। ਦਿਖ ਗਈ ਵੀ ਥੈਲੇ 'ਚ ਕਿਹੜੀ ਸਬਜ਼ੀ ਪੱਕ ਰਹੀ ਸੀ। ਸੋ ਇਸ ਕਰਕੇ ਅਸਲ ਮੰਤਵ ਤਾਂ ਦੇਖੋ ਸਿਆਸਤ ਹੈ। ਕਿਸਾਨਾਂ ਨੇ ਤਾਂ ਹੀ ਤਾਂ ਦੂਰ ਰੱਖੇ ਨੇ, ਭਾਵੇਂ ਕੇਜਰੀਵਾਲ ਹੈ, ਭਾਵੇਂ ਕਾਂਗਰਸ ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਤੇ ਭਾਵੇਂ ਲੋਕ ਇਨਸਾਫ ਪਾਰਟੀ ਹੈ, ਭਾਵੇਂ ਖਹਿਰਾ ਜਾਂ ਕੋਈ ਹੈ, ਬੈਂਸ ਹੈ। ਇਸੇ ਕਰਕੇ ਦੂਰ ਰੱਖੇ ਕਿਸਾਨਾਂ ਨੇ ਵੀ ਸਾਡੇ ਮੰਚ ਤੇ ਕੋਈ ਨਹੀਂ ਆਊਗਾ ਇੱਥੇ। ਜੀ। ਔਰ ਇਹ ਸਲੂਟ ਹੈ ਕਿਸਾਨਾਂ ਦੇ ਇਸ ਫੈਸਲੇ ਨੂੰ। ਦਲੇਰੀ ਰੱਖੀ ਕਿਸਾਨਾਂ ਨੇ। ਇਹ ਸਿਆਸਤ ਨੇ ਹੀ ਕਿਸਾਨੀ ਦਾ ਘਾਣ ਕੀਤਾ ਅਸਲ 'ਚ। ਬਿਲਕੁਲ ਜੀ। ਤੇ ਡੱਲਾ ਜੀ, ਜਿਸ ਤਰ੍ਹਾਂ ਸੁਪਰੀਮ ਕੋਰਟ ਦਾ ਜ਼ਿਕਰ ਆ ਰਿਹਾ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਦਖਲ ਦਿੱਤੀ ਹੈ, ਕੀ ਲੱਗਦਾ ਹੈ ਕਿ ਸੁਪਰੀਮ ਕੋਰਟ ਇਸ ਦੇ ਵਿੱਚ ਕੋਈ ਹੱਲ ਕੱਢ ਸਕਦੀ ਹੈ? ਜਿਸ ਤਰ੍ਹਾਂ ਦੀ ਕਮੇਟੀ ਬਣਾਉਣ ਦੀ ਗੱਲ ਸੁਪਰੀਮ ਕੋਰਟ ਦੇ ਵੱਲੋਂ ਹੋਈ ਹੈ। ਦੇਖੋ, ਦੋ ਗੱਲਾਂ ਨੇ। ਸਰਕਾਰ ਅੱਗੇ ਕੋਈ ਵੀ ਗੱਲ ਕਰੋ, ਸਰਕਾਰ ਤਾਂ ਕਹਿ ਦਿੰਦੀ ਹੈ ਇਹਦੇ ਪਿੱਛੇ ਕਾਂਗਰਸ ਹੈ। ਜੀ। ਸੁਪਰੀਮ ਕੋਰਟ ਤਾਂ ਨਹੀਂ ਕਹੂਗੀ ਨਾ। ਜਦੋਂ ਸੁਪਰੀਮ ਕੋਰਟ ਦੀ ਕਮੇਟੀ 'ਚ ਕਿਸਾਨ ਜਾ ਕੇ ਗੱਲ ਸਮਝਾਉਣਗੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਵੀ ਜੱਜ ਸਾਹਿਬ ਦੇਖੋ, ਐਮਐਸਪੀ ਦੀ ਵਿਵਸਥਾ ਦੇਖ ਲਓ। ਸੁਪਰੀਮ ਕੋਰਟ ਨੂੰ ਪਤਾ ਹੀ ਨਹੀਂ ਹੋਣੀ ਐਮਐਸਪੀ ਦੀ ਵਿਵਸਥਾ। ਸੁਪਰੀਮ ਕੋਰਟ ਹੈਰਾਨ ਹੋ ਜਾਊਗੀ ਜਦੋਂ ਕਿਸਾਨ ਐਮਐਸਪੀ ਦੀ ਵਿਵਸਥਾ ਦੱਸਣਗੇ ਵੀ 23 ਫਸਲਾਂ ਤੇ ਐਮਐਸਪੀ ਲਾਉਂਦੇ ਆ, ਸਾਨੂੰ ਐਮਐਸਪੀ ਮਿਲਦੀ ਨਹੀਂ ਜੀ। ਤੇ ਸਰਕਾਰ ਨੇ ਕੋਈ ਕਾਨੂੰਨ ਨਹੀਂ ਬਣਾਇਆ ਕਿ ਐਮਐਸਪੀ ਸਰਕਾਰ ਨੇ ਲਾਤੀ। ਸਰਕਾਰ ਕਹਿੰਦੀ ਐਮਐਸਪੀ ਲਾਤੀ 1925, ਪਰ ਸਰਕਾਰ ਨੇ ਕੋਈ ਕਾਨੂੰਨ ਨਹੀਂ ਬਣਾਇਆ ਜਿਹੜਾ ਉਸ ਐਮਐਸਪੀ ਤੇ ਪਹਿਰੀਦਾਰੀ ਕਰੇ ਵੀ ਕੀ ਕਿਸਾਨਾਂ ਨੂੰ ਐਮਐਸਪੀ 1925 ਰੁਪਏ ਮਿਲ ਰਹੀ ਹੈ? ਕੀ ਬਾਸਮਤੀ ਦੀ, ਸੂਰਜਮੁਖੀ ਦੀ, ਬਾਜਰੇ ਦੀ, ਜਵਾਰ ਦੀ ਐਮਐਸਪੀ ਮਿਲ ਰਹੀ ਹੈ ਜੀ? ਘੱਟੋ ਘੱਟ ਸਮਰਥਨ ਮੁੱਲ ਕਹਿੰਦੇ ਨੇ ਇਹਨੂੰ।
ਹੁਣ ਕਿਸਾਨ ਦੱਸਣਗੇ ਸੁਪਰੀਮ ਕੋਰਟ 'ਚ ਇਹ ਕਮੇਟੀ, ਮੈਂ ਕਹਿੰਦਾ ਇਹਦੇ ਨਾਲ ਦੇਸ਼ ਦੇ ਲੋਕਾਂ ਨੂੰ ਕਿਸਾਨਾਂ ਦੀ ਅਸਲੀ ਸਥਿਤੀ ਦਾ ਪਤਾ ਲੱਗੂਗਾ। ਸੁਪਰੀਮ ਕੋਰਟ ਦੀਆਂ ਅੱਖਾਂ ਖੁੱਲ ਜਾਣਗੀਆਂ ਕਿ ਪੰਜਾਬ 'ਚ ਝੋਨਾ 1925 ਰੁਪਏ 'ਚ ਚੱਕਿਆ ਜਾ ਰਿਹਾ ਹੈ, ਬਿਹਾਰ 'ਚ 500 ਤੋਂ ਲੈ ਕੇ 1000 ਰੁਪਏ ਕੁਇੰਟਲ ਚੱਕਿਆ ਜਾ ਰਿਹਾ ਹੈ, ਯੂਪੀ 'ਚ 1000 ਰੁਪਏ ਕੁਇੰਟਲ ਚੱਕਿਆ ਜਾ ਰਿਹਾ। ਸੁਪਰੀਮ ਕੋਰਟ ਪੁੱਛੂਗੀ, ਕਿਸਾਨ ਦੱਸਣਗੇ ਵੀ ਆਹ ਦੇਖੋ ਜੀ ਇਹਨਾਂ ਦੀ MSP ਪੰਜਾਬ 'ਚ 1925 'ਚ ਮੱਕੀ ਲੈ ਲਓ, ਬਾਸਮਤੀ ਲੈ ਲਓ, ਸੂਰਜਮੁਖੀ ਲੈ ਲਓ, MSP ਤੋਂ ਅੱਧੇ ਮੁੱਲ ਤੇ ਚੱਕਿਆ ਜਾ ਰਿਹਾ ਜੀ। ਆ ਗੋਭੀ ਲੈ ਲਓ, ਆ ਕਹਿੰਦੇ ਸੀ ਪਕੌੜਾ ਉਦਯੋਗ ਲੱਗ ਜੂਗਾ, ਆ ਗੋਭੀ ਯੂਪੀ ਬਿਹਾਰ ਦੇ ਕਿਸਾਨ ਨੇ ਖੇਤ ਵਾਹਤਾ 1 ਰੁਪਏ ਕਿਲੋ ਦਾ ਮੁੱਲ ਲੱਗਿਆ ਸੀ। ਅੰਮ੍ਰਿਤਸਰ ਤੋਂ ਵੀ ਮੇਰੇ ਕੋਲੇ ਖਬਰ ਆਈ ਹੈ ਇੱਕ, ਗਗਨ ਜੀ ਤੁਸੀਂ ਦੱਸ ਰਹੇ ਸੀ ਕਿਵੇਂ, ਅੰਮ੍ਰਿਤਸਰ ਦਾ ਕੀ ਹੈ? ਅੰਮ੍ਰਿਤਸਰ ਦੇ 50 ਕੁਇੰਟਲ ਦੇ ਕਰੀਬ ਉਹਨੇ ਦਾਨ ਹੀ ਦਿੱਤੀ ਉਸ ਕਿਸਾਨ ਨੇ ਜੀ। ਕਿੱਥੇ ਦਾਨ ਦੇਤੀ? ਗਊਸ਼ਾਲਾ ਦੇ। ਚਲੋ ਆ ਪੁੰਨ ਵਾਲਾ ਕੰਮ ਕਰਤਾ, ਪਰ ਤੁਸੀਂ ਦੇਖੋ ਨਾ, ਜੇ ਉਹ 4 ਪੈਸੇ ਕਮਾ ਲੈਂਦਾ, ਉਹ ਹਰਾ ਪਾਇਆ ਹੁੰਦਾ ਗਊਆਂ ਨੂੰ, ਗੁੜ ਦੇ ਡਲੇ ਪਾਇਆ ਹੁੰਦਾ, ਗਊਸ਼ਾਲਾ 'ਚ ਜਾ ਕੇ ਜਿਵੇਂ ਬਹੁਤ ਲੋਕ ਪਾਉਂਦੇ ਨੇ, ਘਰ ਦੇ ਮੂਹਰੇ ਗਾਂ ਨੂੰ ਵੀ ਆਟੇ ਦਾ ਪੇੜਾ ਗੁੜ ਖਵਾਉਂਦੇ ਨੇ ਲੋਕ ਸਾਡੇ ਜੀ, ਹੈ ਨੀ? ਬਿਲਕੁਲ। ਗੋਭੀ ਹੁਣ 50 ਕੁਇੰਟਲ ਗੋਭੀ ਗਾਂ ਨੂੰ ਪਾਇਆ, ਹੁਣ ਸਵਾਲ ਇਹ ਖੜਾ ਹੁੰਦਾ, ਇਹ ਤਾਂ ਕਹਿੰਦੇ ਸੀ ਪਕੌੜਾ ਉਦਯੋਗ ਵੀ ਲੱਗ ਜੂ ਜੀ। ਪਕੌੜਾ ਪਕੌੜਾ ਉਦਯੋਗ 'ਚ ਖਪਤ ਨਹੀਂ ਹੋ ਰਹੀ ਗੋਭੀ ਦੀ, ਗੋਭੀ ਦੇ ਪਕੌੜੇ ਤਾਂ ਵਿਕਦੇ ਆ ਨਾ ਜੀ। ਐਡੀ ਠੰਡ ਹੈ, ਆਹ ਦੇਖ ਲਓ, ਮੈਂ 2 ਸਵੈਟਰ ਥੱਲੇ ਪਾਏ, ਵਾਰਮਰ ਪਾਇਆ, ਤੁਸੀਂ ਵੀ ਪਾਇਆ ਹੋਣਾ ਕਾਫੀ ਕੁਝ। ਧਰਨੇ 'ਚ ਲੋਕ ਕਿੰਨਾ ਕੰਬਲ ਰਜਾਈਆਂ ਲੈ ਕੇ ਬੈਠੇ ਆ ਜੀ। ਤੁਸੀਂ ਦੱਸੋ ਇਸ ਮੌਸਮ 'ਚ ਪਕੌੜਾ ਉਦਯੋਗ ਨਹੀਂ ਚੱਲ ਰਿਹਾ? ਜੇ ਠੰਡ 'ਚ ਨਹੀਂ ਪਕੌੜਾ ਉਦਯੋਗ ਚੱਲੂ ਤਾਂ ਜੂਨ ਜੁਲਾਈ 50 ਡਿਗਰੀ ਟੈਂਪਰੇਚਰ ਤੇ ਪਕੌੜੇ ਖਾਵਾਂਗੇ ਜੀ। ਜੇ ਪਕੌੜਾ ਉਦਯੋਗ ਚੱਲਦਾ ਹੁੰਦਾ ਤੇ ਗੋਭੀ ਖੱਪ ਜਾਣੀ ਸੀ, ਗੋਭੀ ਨਹੀਂ ਖੱਪ ਰਹੀ। ਤੁਸੀਂ ਦੱਸੋ, ਜਿਸ ਮੁਲਕ 'ਚ ਕਿਸਾਨ ਨੂੰ ਪੈਦਾਵਾਰ ਕਰਕੇ ਵਾਹੁਣੀ ਪੈ ਜੇ ਮਿੱਟੀ 'ਚ ਜੀ, ਉਹ ਕਾਹਦੇ ਕਾਨੂੰਨ ਹੈ ਜੀ ਫਿਰ ਉੱਥੇ? ਹੁਣ ਤਾਂ 4 ਮਹੀਨੇ ਹੋ ਗਏ ਕਾਨੂੰਨ ਬਣਿਆ ਨੂੰ, ਮਾੜੀ ਮੋਟੀ ਗੋਭੀ ਤਾਂ ਵਿਕ ਜਾਣੀ ਚਾਹੀਦੀ ਸੀ ਯੂਪੀ ਬਿਹਾਰ ਵਾਲੇ ਦੀ, ਪੰਜਾਬ ਵਾਲਿਆਂ ਦੀ। ਚਲੋ ਮੰਨ ਲਓ ਵੀ ਪੰਜਾਬ ਦੂਰ ਹੈ, ਅੰਮ੍ਰਿਤਸਰ ਸਰਹੱਦ ਤੇ ਹੈ, ਵੀ ਇੱਥੇ ਵਪਾਰੀ ਪਹੁੰਚਿਆ ਨਹੀਂ ਠੰਡ 'ਚ ਜੀ, ਯੂਪੀ ਬਿਹਾਰ 'ਚ ਤਾਂ ਹੋਊਗਾ। ਆ ਕਿਸਾਨੀ ਦਾ ਹਾਲ ਹੈ। ਹੁਣ ਸੁਪਰੀਮ ਕੋਰਟ ਨੂੰ ਪਤਾ ਲੱਗੂ, ਸੁਪਰੀਮ ਕੋਰਟ ਨੂੰ ਦੇਣ ਉਦਾਹਰਨ ਸਾਡੇ, ਵੀ ਇਹ ਤਾਂ ਕਹਿੰਦੇ ਸੀ ਜੀ ਪਕੌੜਾ ਉਦਯੋਗ, ਆ ਗੋਭੀ ਨਹੀਂ ਵਿਕ ਰਹੀ, 1 ਰੁਪਏ ਮੁੱਲ ਲੱਗਦਾ ਗੋਭੀ ਦਾ। ਤੁਸੀਂ ਦੇਖੋ ਸਾਡੇ ਮੁਲਕ 'ਚ ਕਿੰਨੀਆਂ ਚੀਜ਼ਾਂ ਦੇ ਮੁੱਲ ਤੈਅ ਕੀਤੇ ਨੇ ਸਰਕਾਰ ਨੇ, ਟੈਕਸਾਂ ਦੇ ਮੁੱਲ ਤੈਅ ਕਰਤੇ। ਦੇਖ ਲਓ ਵੀ ਇਹ ਟੈਕਸ 18% ਦੀ ਸਲੈਬ ਹੈ, 20% ਦੀ ਹੈ। ਮੂਲੀ ਦਾ, ਭਿੰਡੀ ਦਾ, ਟਮਾਟਰ ਦਾ, ਕਰੇਲੇ ਦਾ, ਗਾਜਰ ਦਾ, ਪਨੀਰ ਦਾ, ਕਿਸੇ ਦਾ ਰੇਟ ਨਹੀਂ ਤੈਅ ਜੀ। ਸ਼ਲਗਮ ਦਾ ਇਹ ਸਰਕਾਰ ਤੈਅ ਕਰੇ। ਖੇਤੀਬਾੜੀ ਮੰਤਰਾਲੇ ਦਾ ਕੰਮ ਕੀ ਹੈ? ਘੱਟੋ ਘੱਟ ਮੁੱਲ ਤਾਂ ਤੈਅ ਕਰਦੇ ਸਰਕਾਰ। ਸੁਪਰੀਮ ਕੋਰਟ ਦੀ ਕਮੇਟੀ 'ਚ ਕਿਸਾਨ ਰੱਖਣ ਮੰਗ, ਵੀ ਸੁਪਰੀਮ ਕੋਰਟ ਸਾਨੂੰ ਮੁੱਲ ਤੈਅ ਕਰਕੇ ਦਿਓ ਜੀ, ਵੀ ਇੱਕ ਕੁਇੰਟਲ ਟਮਾਟਰ ਸਾਡੇ ਦਾ ਰੇਟ ਸੁਪਰੀਮ ਕੋਰਟ ਤੈਅ ਕਰਦੇ। ਆਂਡਿਆਂ ਦੇ ਭਾਅ ਹੁੰਦੇ ਆ ਜੀ ਸਾਡੇ ਮੁਲਕ 'ਚ। ਚਾਹ ਦੇਖ ਲਓ, ਕਹਿੰਦੇ ਸੀ ਚਾਹ, ਇਹ ਤਾਂ ਚਾਹ ਦਾ ਤਾਂ ਤਜਰਬਾ ਬਹੁਤ ਹੈ ਜੀ। ਚਾਹ, ਗਗਨ ਜੀ ਤੁਸੀਂ ਮੈਨੂੰ ਦੱਸ ਦਿਓ, ਅੱਜ ਦੇ ਸਮੇਂ 'ਚ ਕਿਤੇ ਵੀ 5 ਰੁਪਏ ਤੋਂ ਘੱਟ ਚਾਹ ਦਾ ਕੱਪ ਮਿਲਦਾ ਹੋਵੇ? ਦੱਸੋ। ਬਿਲਕੁਲ ਨਹੀਂ, ਕਿਤੇ ਵੀ। ਦਫ਼ਤਰਾਂ ਦੇ ਬਾਹਰ ਵੀ 10-10 ਰੁਪਏ ਦੇ ਚਾਹ ਦੇ ਕੱਪ ਆਪਾਂ ਮੰਗਾਉਂਦੇ ਆ। ਬਿਲਕੁਲ। ਮੈਂ ਕਹਿੰਦਾ ਕੋਈ ਸਮਾਜ ਸੇਵੀ ਹੋਊਗਾ, ਉਹ ਤਾਂ ਫ੍ਰੀ ਪਿਲਾ ਦੂਗਾ। ਚਲੋ, ਉਹ ਤਾਂ ਸਾਡੇ ਲੰਗਰ ਵੀ ਲੱਗਦੇ ਨੇ ਗੁਰਦੁਆਰਾ ਸਾਹਿਬਾਨਾਂ ਦੇ, ਆਮ ਲੋਕਾਂ ਦੇ। ਕਿਤੇ ਚਾਹ ਦਾ ਕੱਪ ਗਗਨ ਜੀ 5 ਰੁਪਏ ਤੋਂ ਘੱਟ ਨਹੀਂ। ਬਿਲਕੁਲ ਹੈ ਜੀ। ਰੇਹੜੀ ਵਾਲੇ ਤੋਂ ਆਂਡੇ ਪੁੱਛ ਲਓ, ਹੈ ਜੀ, ਕੋਈ ਆਂਡਾ 2 ਰੁਪਏ ਦਾ। ਬਿਲਕੁਲ। ਉਬਲੇ ਆਂਡੇ ਦਾ ਰੇਟ ਅਲੱਗ ਹੈ, ਕੱਚੇ ਆਂਡੇ ਦਾ ਰੇਟ ਅਲੱਗ ਹੈ, ਪਰ ਕੱਚੀ ਸਬਜ਼ੀ ਦਾ ਰੇਟ ਕੋਈ ਨਹੀਂ। ਕੱਚੀ ਸਬਜ਼ੀ ਟਰਾਲੀ ਲੈ ਕੇ ਜਦੋਂ ਕਿਸਾਨ ਜਾਂਦਾ ਹੈ ਜੀ, ਤੇ ਉਹ ਪਹਿਲਾਂ ਤਾਂ ਕਿਸਾਨ ਦੀ ਹਾਲਤ ਦੇਖਦੇ ਆ, ਫਿਰ ਟਰਾਲੀ ਦੀ ਹਾਲਤ ਦੇਖਦੇ ਆ, ਫਿਰ ਇਹ ਦੇਖਦੇ ਵੀ ਟਰਾਲੀ ਇੱਕੋ ਹੀ ਹੈ ਜਾਂ 2 ਹੈ। ਜੇ 1 ਟਰਾਲੀ ਹੈ ਤੇ 10, 20, 25 ਪੈਸੇ ਵੱਧ ਮਿਲ ਜੂ। ਜੇ ਟਰਾਲੀਆਂ 3 ਹੋ ਗਈਆਂ, ਮੁੱਲ ਘਟਾਉਣ ਲੱਗ ਜਾਂਦੇ ਜੀ। ਇਹ ਤਾਂ ਸਥਿਤੀ ਹੈ ਸਬਜ਼ੀਆਂ ਦੀ, ਕੱਲੀ ਗੋਭੀ ਦੀ ਨਹੀਂ, ਟਮਾਟਰ ਦੀ, ਮੂਲੀ ਦੀ, ਪਨੀਰ ਕਹਿ ਗਿਆ, ਮਟਰਾਂ, ਸਾਰਿਆਂ ਦੀ ਇਹੀ ਸਥਿਤੀ ਹੈ। ਬਿਲਕੁਲ। ਸਿਰਫ ਇੱਕ ਦੁੱਧ ਦਾ ਮੁੱਲ ਹੈ ਜਿਹੜਾ ਸੰਗਠਿਤ ਸੈਕਟਰ ਹੈ। ਦੁੱਧ ਦਾ ਮੁੱਲ ਨਾਲ ਹੀ ਵਧਾ ਦਿੰਦੇ, 2 ਰੁਪਏ ਪੈਕਟ। ਦੇਖੋ। ਬਿਲਕੁਲ। ਮਿਲਕ ਪਲਾਂਟ ਸਰਕਾਰੀ ਕੰਟਰੋਲ 'ਚ ਨੇ, ਪ੍ਰਾਈਵੇਟ ਵੀ ਹੋਵੇ ਭਾਵੇਂ ਸਰਕਾਰੀ ਆ, ਦੁੱਧ ਦਾ ਮੁੱਲ ਮਿੰਟ 'ਚ 2 ਰੁਪਏ ਵਧਾ ਦਿੰਦੇ ਜੀ। ਬਿਲਕੁਲ। ਮਾੜਾ ਜਿਹਾ ਇਹਨਾਂ ਨੂੰ ਪਤਾ ਲੱਗੇ, ਆ ਦੁੱਧ ਕਿਲੋ ਦੇਖ ਲਓ ਕਿੰਨੇ ਦਾ ਪਹੁੰਚ ਗਿਆ। ਮੈਂ ਤਾਂ ਚਲੋ ਦੁੱਧ ਪੀਂਦਾ ਨਹੀਂ, ਜਦੋਂ ਦਾ ਬਿਮਾਰ ਹੋ ਕੇ ਠੀਕ ਹੋਇਆ। ਕਿੰਨਾ ਰੇਟ ਹੋ ਗਿਆ? 80 ਰੁਪਏ ਕਿਲੋ ਨੂੰ ਵੀ ਜਿਹੜਾ ਸਹੀ ਦੁੱਧ, 80 ਰੁਪਏ ਕਿਲੋ ਨੂੰ ਵੀ ਅੱਜ ਕੱਲ ਸਹੀ ਦੁੱਧ ਕਹਿ ਕੇ ਵੇਚਿਆ ਜਾਂਦਾ। ਪੈਕਟ ਵਾਲਾ ਕਿੰਨੇ ਦਾ? ਪੈਕਟ ਵਾਲਾ ਹੋਏਗਾ 60 ਰੁਪਏ ਦੇ ਕਿਲੋ। ਹੁਣ 50-60 ਰੁਪਏ ਕਿਲੋ ਦੁੱਧ ਸਾਡੇ ਮੁਲਕ 'ਚ, ਉਹ ਸੰਗਠਿਤ ਸੈਕਟਰ 'ਚ ਹੋ ਗਿਆ। ਗੋਭੀ 1 ਰੁਪਏ ਦੀ, ਦੱਸੋ ਜੀ ਮੁੱਲ ਕਿੱਡੀ। ਇਹ ਸੁਪਰੀਮ ਕੋਰਟ ਨੂੰ ਹੁਣ ਕਿਸਾਨ ਸਮਝਾਉਣਗੇ ਜਾ ਕੇ।
ਹੁਣ ਜੱਜ ਸਾਹਿਬਾਨਾਂ ਨੂੰ ਪਹਿਲੀ ਵਾਰੀ ਪਤਾ ਲੱਗੂਗਾ ਵੀ ਜਿਹੜੀ ਅਸੀਂ ਸਬਜ਼ੀ ਰੇਹੜੀ ਤੋਂ ਲੈਨੇ ਆ, ਜੱਜਾਂ ਦੇ ਪਰਿਵਾਰ ਵੀ ਸਬਜ਼ੀਆਂ ਲੈ ਕੇ ਆਉਂਦੇ ਹੋਣਗੇ ਨਾ, ਵੀ ਗੋਭੀ 25 ਰੁਪਏ ਕਿਲੋ, ਭਿੰਡੀਆਂ 20 ਰੁਪਏ ਕਿਲੋ, ਪਿਆਜ਼ 20 ਰੁਪਏ ਕਿਲੋ ਤੋਂ 80 ਰੁਪਏ ਕਿਲੋ ਹੋ ਜਾਂਦਾ। ਦੱਸੋ ਕਿਉਂ ਪਿਆਜ਼ 80 ਰੁਪਏ ਕਿਲੋ ਹੋ ਜੇ ਜੀ? ਤੁਸੀਂ ਫਰਕ ਦੇਖੋ। ਚਾਹ ਕਦੀ ਹੋਈ ਹੈ 80 ਰੁਪਏ ਕਿਲੋ? ਬਿਲਕੁਲ। ਚਾਹ ਦਾ ਕੱਪ 80 ਰੁਪਏ ਦਾ ਹੋਇਆ ਕਦੀ? ਬਿਲਕੁਲ ਨਹੀਂ। ਸਮੋਸਾ ਕਦੀ ਹੋਇਆ 80 ਰੁਪਏ ਦਾ? 10-15 ਰੁਪਏ ਦਾ ਵੱਧ ਤੋਂ ਵੱਧ ਜਾਂਦਾ। ਬਿਲਕੁਲ। ਗੁਲਾਬ ਜਾਮਣ ਹੋਈ ਕਦੀ 70-80 ਰੁਪਏ ਦਾ ਪੀਸ? ਉਹ ਵੀ 10-15-20 ਵੱਧ ਤੋਂ ਵੱਧ ਤੈਅ ਹੈ ਜੀ। ਹਰ ਚੀਜ਼ ਦਾ ਮੁੱਲ ਤੈਅ ਹੈ, ਪਿਆਜ਼ ਦਾ ਮੁੱਲ ਨਹੀਂ ਤੈਅ। ਆ ਲਸਣ ਲੈ ਲਓ, ਟਮਾਟਰ ਲੈ ਲਓ, 70-80 ਹੋ ਜਾਂਦੇ ਕਈ ਵਾਰੀ। ਸਬਜ਼ੀਆਂ ਅਚਾਨਕ ਮਹਿੰਗੀਆਂ ਹੋ ਜਾਂਦੀਆਂ ਨੇ। ਕਿਉਂ? ਕਿਉਂਕਿ ਸਰਕਾਰ ਨੇ ਇਹਨਾਂ ਦੇ ਮੁੱਲ ਤੈਅ ਕਰਨ ਦੀ ਆਦਤ ਹੀ ਨਹੀਂ ਪਾਈ। ਸਰਕਾਰੀ ਰੇਟ ਤੈਅ ਹੋਣੇ ਚਾਹੀਦੇ ਨੇ ਵੀ ਕਿਸਾਨ ਦੀ ਕੋਈ ਵੀ ਸਬਜ਼ੀ ਹੋਵੇ, ਭਾਵੇਂ ਮਾੜੀ ਤੋਂ ਮਾੜੀ ਸਬਜ਼ੀ ਹੋਵੇ, ਉਹਦਾ ਰੇਟ ਇਸ ਤੋਂ ਘੱਟ ਨਹੀਂ ਲਿਆ ਜਾ ਸਕਦਾ, ਨਹੀਂ ਦਿੱਤਾ ਜਾ ਸਕਦਾ ਕਿਸਾਨ ਨੂੰ। ਔਰ ਉਹ ਰੇਟ ਨੂੰ ਪਾਬੰਦ ਬਣਾਉਣ ਲਈ ਸਰਕਾਰੀ ਅਫਸਰ ਕੰਮ ਕਰਨ। ਅਗਰ ਕਿਸਾਨ ਦੀ ਫਸਲ ਨਹੀਂ ਚੱਕਦੀ ਮੰਡੀ ਉਸ ਮੁੱਲ ਤੇ ਜੀ, ਤੇ ਕੋਈ ਕਾਨੂੰਨੀ ਪ੍ਰੋਵੀਜ਼ਨ ਬਣੇ। ਕਿਸਾਨ ਉਹੀ ਤਾਂ ਕਹਿ ਰਹੇ ਨੇ। ਹੁਣ ਇਹ ਕਹਿੰਦੇ MSP 50 ਸਾਲਾਂ ਤੋਂ ਜਾਰੀ ਹੈ, ਉਹ ਜਾਰੀ ਰਹੇਗੀ। ਹੁਣ ਕਿਸਾਨ ਕਹਿੰਦੇ ਜੇ MSP 50 ਸਾਲਾਂ ਤੋਂ ਜਾਰੀ ਹੈ ਤੇ ਕਾਨੂੰਨ ਵੀ ਪਿਛਲੇ ਜਾਰੀ ਕਰ ਦਿਓ, ਫਿਰ ਕਾਨੂੰਨ ਨਵੇਂ ਕਿਉਂ ਬਣਾਏ? ਕਹਿੰਦੇ MSP ਦਾ ਕਾਨੂੰਨ ਬਣਾਉਣ ਦੀ ਲੋੜ ਨਹੀਂ ਜੀ। MSP 50-55 ਸਾਲਾਂ ਤੋਂ ਚੱਲ ਰਹੀ ਹੈ, ਫਿਰ ਤਾਂ ਖੇਤੀਬਾੜੀ ਵੀ 50-55 ਸਾਲਾਂ ਤੋਂ ਚੱਲ ਰਹੀ ਸੀ, ਫਿਰ ਕਾਨੂੰਨ ਕਿਉਂ ਬਣਾਤੇ? ਜੇ ਇਹਨਾਂ ਕਾਨੂੰਨਾਂ ਨੂੰ ਬਣਾਉਣ ਦੀ ਲੋੜ ਪੈ ਸਕਦੀ ਹੈ ਤੇ ਫਿਰ MSP ਦਾ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਸਕਦਾ? ਹੁਣ ਇਹ ਗੱਲ ਸੁਪਰੀਮ ਕੋਰਟ ਦੇ ਜੱਜ ਸਮਝ ਜਾਣਗੇ। ਬਿਲਕੁਲ। ਕਿਉਂਕਿ ਜੱਜ ਨਿਰਪੱਖ ਹੁੰਦੇ ਨੇ। ਜੱਜ ਨਿਰਪੱਖ ਹੁੰਦੇ ਨੇ। ਜੱਜ ਨਾ MLA ਹੁੰਦੇ ਨੇ, ਨਾ MP ਹੁੰਦੇ ਨੇ। ਬਿਲਕੁਲ। ਜੱਜ ਨਿਰਪੱਖ ਹੁੰਦੇ ਨੇ। ਜੱਜ ਦਾ ਵੱਧ ਤੋਂ ਵੱਧ ਕੋਈ ਕੀ ਕਰ ਲੂ? ਤਬਾਦਲਾ ਹੀ ਕਰ ਦੂ ਨਾ ਜੀ। ਬਿਲਕੁਲ। ਜੱਜ ਪ੍ਰਵਾਹ ਨਹੀਂ ਕਰਦੇ ਜੀ। ਸਮੇਂ-ਸਮੇਂ ਤੇ ਸਰਕਾਰਾਂ ਜੱਜ ਬਦਲਦੀਆਂ ਵੀ ਨਹੀਂ, ਪਰ ਸਾਡੇ ਮੁਲਕ 'ਚ ਇੱਕ ਅਦਾਲਤ, ਇੱਕੋ ਅਦਾਰਾ ਬਚਿਆ ਜਿਹਦੇ ਤੇ ਲੋਕਾਂ ਨੂੰ ਸਭ ਤੋਂ ਵੱਧ ਭਰੋਸੇਯੋਗਤਾ ਹੈ। ਨਾ ਮੀਡੀਆ ਤੇ ਭਰੋਸੇਯੋਗਤਾ ਰਹੀ ਜੀ, ਹੈ ਜੀ, ਨਾ ਸਰਕਾਰਾਂ ਦੀ ਭਰੋਸੇਯੋਗਤਾ ਰਹੀ। ਹੋਰ ਕਿਹੜਾ ਥੰਮ ਹੁੰਦਾ ਲੋਕਤੰਤਰ 'ਚ? ਤੀਜਾ ਪ੍ਰਸ਼ਾਸਨ, ਕਾਰਜਪਾਲਿਕਾ। ਜੀ, ਨਾ ਕਾਰਜਪਾਲਿਕਾ ਦੀ ਭਰੋਸੇਯੋਗਤਾ ਰਹੀ, ਸਿਰਫ ਨਿਆਂਪਾਲਿਕਾ ਦੀ ਭਰੋਸੇਯੋਗਤਾ ਹੈ ਜੀ। ਸੋ ਇਸ ਕਰਕੇ ਹੁਣ ਜੱਜਾਂ ਨੇ ਇਹ ਸਾਡੇ ਮੁਲਕ 'ਚ ਨਿਆਂਪਾਲਿਕਾ ਦੀ ਭਰੋਸੇਯੋਗਤਾ ਲਈ ਇੱਕ ਵਕਾਰੀ ਮੁੱਦਾ ਹੈ। ਅਗਰ ਸੁਪਰੀਮ ਕੋਰਟ ਸਾਰੀ ਗੱਲ ਸਮਝ ਕੇ ਫੈਸਲਾ ਕਰ ਦੇ, ਸੁਪਰੀਮ ਕੋਰਟ ਕੀ ਕਰੂਗੀ? ਸੁਪਰੀਮ ਕੋਰਟ ਕਹੂਗੀ, ਮੈਨੂੰ ਲੱਗਦਾ ਹੈ ਕਿ MSP ਨੂੰ ਕਾਨੂੰਨ ਦੇ ਦਾਇਰੇ 'ਚ ਲਿਆਓ ਔਰ ਕਿਸਾਨ ਦੀ ਉਤਪਾਦ ਦੀ ਮੁੱਲ ਮਿਲਣ ਦੀ ਜੀ ਸੁਨਿਸ਼ਚਿਤਤਾ ਬਣਾਓ ਔਰ ਬਰਾਬਰ ਕਾਨੂੰਨ ਬਣਾਓ ਤਾਂ ਕਿ ਕਿਸਾਨ ਦਾ ਹੱਕ ਬਚੇ। ਕਿਸਾਨ ਦਾ ਹੱਕ ਬਚਾਉਣ ਵਾਲਾ ਕਾਨੂੰਨ ਹੀ ਹੈ ਨਹੀਂ। ਦੇਖੋ ਇਹਨਾਂ ਕਾਨੂੰਨਾਂ 'ਚ ਕਹਿੰਦੇ ਵੀ ਜੇ ਕੋਈ ਡਿਸਪਿਊਟ ਪੈ ਜੇ ਤੇ ਤੁਸੀਂ SDM ਤੇ DC ਕੋਲ ਹੀ ਜਾ ਸਕਦੇ ਹੋ ਜੀ। ਆ DC ਹਫਤਾ ਨਹੀਂ ਮਿਲਦੇ ਕਿਸਾਨਾਂ ਨੂੰ। ਬਿਲਕੁਲ। DC ਰੁੱਝੇ ਇੰਨੇ ਰਹਿੰਦੇ ਆ ਕਿਉਂਕਿ ਮੰਤਰੀ ਜੀ ਨੇ ਆਉਣਾ ਹੁੰਦਾ। DC ਮੰਤਰੀਆਂ ਦੇ ਪ੍ਰਬੰਧਾਂ 'ਚ ਲੱਗੇ ਰਹਿੰਦੇ, ਆਪਣਾ ਵੀ ਕੰਮ ਕਰਦੇ ਆ DC ਜੀ। ACP ਵੀ ਕਰਦੇ ਆ, ACP ਪੁਲਿਸ ਵਾਲੇ। DC ਅਫਸਰਾਂ ਦੇ ਆਪਣੇ ਕੰਮ ਵੀ ਕਰਦੇ ਆ, ਮੰਤਰੀਆਂ ਦੇ ਸਰਕਾਰਾਂ ਦੇ ਕੰਮ ਵੀ ਬਹੁਤ ਹੈ। ਆਮ ਲੋਕ ਚਲੇ ਜਾਓ, ਇਹ ਮੇਰਾ ਦਾਅਵਾ ਹੈ, ਜੱਜ ਸਾਦੇ ਕੱਪੜਿਆਂ 'ਚ ਚੱਲ ਜੇ ਵੀ ਮੈਂ ਜੱਜ ਨਹੀਂ। ਜੀ। ਸੁਪਰੀਮ ਕੋਰਟ ਦਾ ਜੱਜ ਚਿੱਟ ਲਿਖ ਕੇ ਭੇਜਦੇ DC ਦਫ਼ਤਰ 'ਚ ਵੀ ਮੈਂ ਇੱਕ ਕੰਮ ਲਈ ਮਿਲਣ ਆਇਆ। ਲਓ ਜੇ ਸ਼ਾਮ ਤੱਕ ਜੱਜ ਨੂੰ ਬੁਲਾ ਲਿਆ DC ਨੇ ਅੰਦਰ, ਬਿਲਕੁਲ ਨਹੀਂ। ਟਾਵਾਂ ਕੋਈ DC ਹੋਵੇ ਸਿਆਣਾ, ਉਹ ਬੁਲਾ ਲੂਗਾ। ਕਿਉਂਕਿ ਮੈਂ ਇਹ ਨਹੀਂ ਕਹਿੰਦਾ ਵੀ DC ਵਿਹਲੇ ਨੇ ਅੰਦਰ, DC ਨੂੰ ਸਰਕਾਰਾਂ ਨੇ ਕੰਮ ਇਹਨੇ ਦੇ ਰੱਖੇ ਨੇ। ਬਿਲਕੁਲ। ਮੰਤਰੀ ਆਪਣੇ ਕੰਮ ਹੀ ਨਹੀਂ ਛੱਡਦੇ ਉਹਨਾਂ ਨੂੰ ਦੇਣ ਤੋਂ। ਮੰਤਰੀਆਂ ਦੇ ਸਵੇਰੇ ਫੋਨ ਆਏ ਹੁੰਦੇ ਵੀ DC ਸਾਹਿਬ ਇਹ 2 ਬੰਦੇ ਆਉਣਗੇ, ਇਹਨਾਂ ਦਾ ਕੰਮ ਕਰ ਦਿਓ। ਜੀ। ਇਹ ਵੀ ਨਹੀਂ ਕਹਿੰਦੇ ਕੰਮ ਕਰ ਲਿਓ, DC ਸਾਹਿਬ 2 ਬੰਦੇ ਆਉਣਗੇ ਦੇਖ ਲਿਓ। ਬਿਲਕੁਲ। ਉਹ ਦੇਖਣ ਜੀ ਸਾਰਾ ਕੁਝ ਹੋ ਜਾਂਦਾ। ਬਿਲਕੁਲ ਸਹੀ ਹੈ ਜੀ। ਸੋ ਇਹ ਵਿਵਸਥਾ ਸਾਡੀ ਬਣੀ ਹੋਈ ਹੈ। ਹੁਣ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਉਣੀ ਗਗਨ ਜੀ, ਇਹਦੇ ਨਾਲ ਕੀ ਹੋਣਾ? ਕਿਸਾਨਾਂ ਦੀਆਂ ਸਾਰੇ ਜਥੇਬੰਦੀਆਂ ਆਪਣਾ ਦੁੱਖ ਜੱਜਾਂ ਅੱਗੇ ਰੋਣਗੀਆਂ। ਜੱਜ ਜਦੋਂ ਪੜ੍ਹਨਗੇ ਨਾ ਜੀ ਕਿਸਾਨਾਂ ਦੇ ਦੁੱਖ ਦੀਆਂ ਲਿਖਤਾਂ, ਜੀ, ਮੈਂ ਕਹਿੰਦਾ ਸਾਹਮਣੇ ਭਾਵੇਂ ਨਾ ਰੋਣ, ਜੱਜਾਂ ਦੀਆਂ ਅੱਖਾਂ 'ਚੋਂ ਹੰਝੂ ਆ ਜਾਣੇ। ਜੋ ਸਥਿਤੀ ਹੈ ਕਿਸਾਨੀ ਦੀ, ਆ ਕਾਰਾਂ ਦੇਖ ਲਓ ਜੀ, ਲੱਖਾਂ ਦੀਆਂ ਟੱਪ ਗਈਆਂ ਸਾਡੇ ਮੁਲਕ 'ਚ। ਬਿਲਕੁਲ। ਆ ਟਾਇਰ ਪਾਉਣਾ ਔਖਾ ਹੋ ਗਿਆ ਟਰੈਕਟਰਾਂ ਦਾ, ਟਰੈਕਟਰ ਲੈਣਾ ਕਿੱਡਾ ਔਖਾ ਹੋ ਗਿਆ। ਬਿਲਕੁਲ। ਖੇਤੀ ਔਖੀ ਹੋਈ ਜਾਂਦੀ ਹੈ ਕੰਪੀਟੀਸ਼ਨ 'ਚ, ਮਜਬੂਰੀ 'ਚ। ਸੋ ਇਸ ਕਰਕੇ ਜੱਜ ਰੋਣਗੇ ਜਦੋਂ ਕਮੇਟੀ ਦੀਆਂ ਰਿਪੋਰਟਾਂ ਪੜ੍ਹਨਗੇ, ਜੱਜ ਰੋਣਗੇ। ਔਰ ਮੈਨੂੰ ਪੂਰਾ ਭਰੋਸਾ ਹੈ ਕਿ ਜੱਜਾਂ ਦੇ ਹੰਝੂਆਂ 'ਚੋਂ ਕਿਸਾਨਾਂ ਦੇ ਲਈ ਚੰਗਾ ਰਾਹ ਨਿਕਲੂ ਜੀ, ਚੰਗਾ ਰਾਹ ਨਿਕਲੂਗਾ। ਇਹ ਤਾਂ ਬਹੁਤ ਧੰਨਵਾਦ ਹੈ ਰਿਸ਼ਭ ਸ਼ਰਮਾ ਜੀ, ਜਿਹੜੇ ਕਾਨੂੰਨ ਦੇ ਵਿਦਿਆਰਥੀ ਨੇ,
ਜਿਹੜੀ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ, ਉਹਨਾਂ ਦੀ ਪਟੀਸ਼ਨ ਦੇ ਬਹਾਨੇ ਅਦਾਲਤਾਂ 'ਚ ਕਿਸਾਨਾਂ ਦਾ ਇਹ ਮਸਲਾ ਪਹੁੰਚ ਗਿਆ ਜੀ ਤੇ ਅਦਾਲਤਾਂ ਦੇ ਜੱਜ ਮੈਨੂੰ ਪੂਰੀ ਆਸ ਹੈ ਗੰਭੀਰਤਾ ਦੇ ਨਾਲ ਸੁਣਨਗੇ। ਔਰ ਜ਼ਰੂਰ ਸਾਡੇ ਕਿਸਾਨਾਂ ਨੂੰ ਅਦਾਲਤਾਂ ਅੱਗੇ ਇੱਕ ਇੱਕ ਗੱਲ ਰੱਖਣੀ ਚਾਹੀਦੀ ਹੈ ਵੀ ਕਿਵੇਂ ਸਾਡੇ ਨਾਲ ਕਿਵੇਂ ਸਾਡੀ ਖੇਤੀ ਨੂੰ ਖਤਰਾ ਖੜਾ ਹੈ ਜੀ ਔਰ ਸਰਕਾਰਾਂ ਦੇਣ ਉੱਥੇ ਜਵਾਬ। ਮੈਂ ਸੁਣ ਰਿਹਾ ਸੀ ਸਾਡੇ ਕਈ ਮੰਤਰੀ ਉਹ 6 ਸਾਲਾਂ ਦਾ ਹਿਸਾਬ ਦੇਈ ਜਾਂਦੇ, ਕਹਿੰਦੇ ਜੀ 50 ਸਾਲਾਂ ਦੀ ਖੇਤੀ ਇੱਕ ਪਾਸੇ ਆ 6 ਸਾਲਾਂ ਦੀ ਇੱਕ ਪਾਸੇ। ਕੋਈ ਵੱਡਾ ਫਰਕ ਨਹੀਂ ਪਿਆ ਇਹਨਾਂ 6 ਸਾਲਾਂ 'ਚ, 19-21 ਦਾ ਫਰਕ ਹੈ। ਬਿਲਕੁਲ। ਉਹ ਡਾਲਰ ਦਾ ਵੀ ਰੇਟ ਦੇਖ ਲਓ, ਰੁਪਈਏ ਦੀ ਕੀਮਤ ਦੇਖ ਲਓ, ਇਹਨਾਂ 6 ਸਾਲਾਂ 'ਚ ਪਿਛਲੇ 50 ਸਾਲਾਂ ਨਾਲੋਂ ਜ਼ਿਆਦਾ ਘਟ ਗਈ। ਜਿਹੜੇ ਬੱਚੇ ਨੂੰ ਬਾਹਰ ਪੜਨ ਜਾਣਾ ਪੈਂਦਾ ਨਾ ਜੀ, ਆ ਪਿਛਲੇ 6 ਸਾਲਾਂ 'ਚ ਉਸ ਬੱਚੇ ਨੇ ਵੱਧ ਪੈਸੇ ਦਿੱਤੇ ਆ। ਪਹਿਲਾਂ ਘੱਟ ਪੈਸੇ ਦੇ ਕੇ ਬਾਹਰ ਚਲੇ ਜਾਂਦੇ ਸੀ ਬੱਚੇ ਪੜਨ। ਬਿਲਕੁਲ। ਡਾਲਰ ਦਾ ਮੁੱਲ ਆ 72 73 74 75 ਵੱਲ ਨੂੰ ਤੁਰਿਆ ਫਿਰਦਾ। ਬਿਲਕੁਲ। ਸੋ ਜੇ MSP 6 ਸਾਲਾਂ 'ਚ ਤੁਸੀਂ ਵੱਧ ਦੇਤੀ, ਉਹਦਾ ਮੁੱਲ ਕੱਢੋ ਰੁਪਈਏ ਦਾ। ਸੋ ਇਸ ਕਰਕੇ ਹੁਣ ਸੁਪਰੀਮ ਕੋਰਟ ਜਦੋਂ ਮਾਮਲਾ ਜਾਊਗਾ, ਗਗਨ ਜੀ ਮੈਨੂੰ ਪੂਰੀ ਆਸ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ, ਪਨੀਰ ਵੀ ਨਿਕਲਿਆ ਉਹ ਨਾਲ, ਮੈਨੂੰ ਲੱਗਦਾ ਜੀ ਕੋਈ ਲਾਹੇਵੰਦ ਗੱਲ ਕਿਸਾਨਾਂ ਲਈ ਜ਼ਰੂਰ ਹੋਊਗੀ। ਔਰ ਮੈਂ ਕਿਸਾਨਾਂ ਨੂੰ ਜ਼ਰੂਰ ਇਹ ਬੇਨਤੀ ਕਰੂੰਗਾ ਕਿ ਜਦੋਂ ਸੁਪਰੀਮ ਕੋਰਟ 'ਚ ਹੁਣ ਤੁਸੀਂ ਜਾਣਾ ਹੈ ਤੇ ਸੁਪਰੀਮ ਕੋਰਟ 'ਚ ਤੁਸੀਂ ਇਹ ਗੱਲ ਵੀ ਲੈ ਕੇ ਜਾਓ ਕਿ ਪੰਜਾਬ ਦੀ ਵਿਧਾਨ ਸਭਾ ਕੋਲੇ ਹੱਕ ਹੈ ਆਪਣੇ ਖੇਤੀ ਕਾਨੂੰਨ ਪਾਸ ਕਰਨ ਦਾ। ਬਿਲਕੁਲ। ਪੰਜਾਬ ਦੀ ਵਿਧਾਨ ਸਭਾ ਨੇ ਸਜ਼ਾ ਦਾ ਪ੍ਰਾਵਧਾਨ ਰੱਖਿਆ ਕਾਨੂੰਨ ਬਣਾ ਕੇ। ਸੁਪਰੀਮ ਕੋਰਟ ਅੱਗੇ ਦੱਸੋ ਕਿ ਪੰਜਾਬ ਦੇ ਗਵਰਨਰ ਸਾਹਿਬ ਨੂੰ ਔਰ ਦੇਸ਼ ਦੇ ਰਾਸ਼ਟਰਪਤੀ ਸਾਹਿਬ ਨੂੰ ਬੇਨਤੀ ਕੀਤੀ ਜਾਵੇ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜੇ ਅਸੀਂ ਕਾਨੂੰਨ ਪਾਸ ਕੀਤੇ ਆ ਉਹਨਾਂ ਤੇ ਮੋਹਰ ਲਾਓ। ਖੇਤੀਬਾੜੀ ਸੂਬੇ ਦਾ ਵੀ ਸਬਜੈਕਟ ਹੈ। ਸਾਡੀ ਵਿਧਾਨ ਸਭਾ ਆਪਾਂ ਸਿਰਫ ਖੇਡਾਂ ਲਈ ਨਹੀਂ ਰੱਖੀ। ਬਿਲਕੁਲ। ਵੀ ਉੱਥੇ ਲਿਟਣ ਧਰਨੇ ਲੱਗਣ, ਉੱਥੇ ਸੌਣ ਧਰਨੇ ਲੱਗਣ, ਵਿਧਾਨ ਸਭਾ ਦੇ ਬਾਹਰ ਪ੍ਰੋਟੈਸਟ ਹੋਣ। ਵਿਧਾਨ ਸਭਾ ਕਾਨੂੰਨ ਬਣਾਉਣ ਲਈ ਰੱਖੀ ਹੈ। ਇਸ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਗਏ ਕਾਨੂੰਨ ਗਵਰਨਰ ਸਾਹਿਬ ਤੇ ਰਾਸ਼ਟਰਪਤੀ ਸਾਹਿਬ ਪਾਸ ਕਰਨ। ਕਿਸਾਨਾਂ ਦੇ ਹੱਕ ਦੇ ਕਾਨੂੰਨ ਨੇ। ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਸੁਪਰੀਮ ਕੋਰਟ 'ਚ ਇਹ ਵੀ ਗੱਲ ਲੈ ਕੇ ਜਾਣੀ ਚਾਹੀਦੀ ਆ। ਔਰ ਗਗਨ ਜੀ, ਸਿਆਸਤ ਇੱਕ ਪਾਸੇ, ਮੈਂ ਕੱਲ ਪਰਸੋਂ ਵੀ ਕਿਹਾ ਸੀ, ਕਿਸਾਨ ਇਹ ਭੁੱਲ ਜਾਣ ਵੀ ਇਹ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਵਿਧਾਨ ਸਭਾ 'ਚ ਮਤਾ ਲਿਆਂਦਾ ਸੀ। ਕੈਪਟਨ ਅਮਰਿੰਦਰ ਕੋਈ ਜੱਗੋਂ 13ਵਾਂ ਲੀਡਰ ਨਹੀਂ ਜੀ। ਕੈਪਟਨ ਅਮਰਿੰਦਰ ਵੀ ਸਾਡੇ ਵਿੱਚੋਂ ਹੀ ਹੈ। ਕੈਪਟਨ ਅਮਰਿੰਦਰ ਦੀ ਸਰਕਾਰ ਸੀ। ਇਹ ਕੁਦਰਤੀ ਹੈ ਕਿ ਕੈਪਟਨ ਅਮਰਿੰਦਰ ਮੁੱਖ ਮੰਤਰੀ ਹੈ। ਕੋਈ ਹੋਰ ਮੁੱਖ ਮੰਤਰੀ ਹੁੰਦਾ ਉਹ ਵੀ ਕਾਨੂੰਨ ਲੈ ਕੇ ਆਉਂਦਾ। ਕਾਨੂੰਨ ਬਣਾਉਣ ਲਈ ਰੱਖੀ ਆ ਵਿਧਾਨ ਸਭਾ। ਵਿਧਾਨ ਸਭਾ 'ਚ ਪੰਜਾਬ 'ਚ ਜਿਹੜੇ ਕਾਨੂੰਨ ਪਾਸ ਹੋਏ ਨੇ, ਸਾਡੇ ਮਤੇ ਜਿਹੜੇ ਰੱਦ ਕੀਤੇ ਨੇ ਵੱਖਰੇ ਨੇ, ਜਿਹੜੇ ਅਸੀਂ ਆਪਣੇ ਖੇਤੀ ਕਾਨੂੰਨ ਪਾਸ ਕੀਤੇ ਨੇ। ਸੁਪਰੀਮ ਕੋਰਟ 'ਚ ਗੱਲ ਹੋਣੀ ਚਾਹੀਦੀ ਹੈ ਕਿ ਸਾਡੇ ਖੇਤੀ ਕਾਨੂੰਨਾਂ ਤੇ ਮੋਹਰ ਲਵਾਈ ਜਾਵੇ, ਗਵਰਨਰ ਸਾਹਿਬ ਦੀ ਵੀ, ਰਾਸ਼ਟਰਪਤੀ ਸਾਹਿਬ ਦੀ ਵੀ ਜੀ, ਤਾਂ ਕਿ ਸਾਡੀ ਵਿਧਾਨ ਸਭਾ ਦਾ ਜਿਹੜਾ ਹੱਕ ਹੈ ਕਾਨੂੰਨ ਬਣਾਉਣ ਦਾ, ਉਹ ਅਮਲ ਚੜੇ ਤੇ ਸਾਡੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਹੋਵੇ। ਇਹ ਸਾਰੀਆਂ ਗੱਲਾਂ ਹੁਣ ਸੁਪਰੀਮ ਕੋਰਟ ਦੇ ਧਿਆਨ 'ਚ ਲਿਆਉਣੀਆਂ ਚਾਹੀਦੀਆਂ ਨੇ। ਬਿਲਕੁਲ। ਔਰ ਇਹ ਦੋ ਗੱਲਾਂ ਹੋਰ ਨੇ, ਜ਼ਰੂਰ ਜਿਹੜੇ ਸਾਡੇ ਦੇਸ਼ ਦੇ ਕਿਸਾਨ ਹੈ ਉਹਨਾਂ ਨੂੰ ਸੁਪਰੀਮ ਕੋਰਟ 'ਚ ਬੇਨਤੀ ਕਰਨੀ ਚਾਹੀਦੀ ਹੈ ਕਿ ਜਿਹੜਾ ਕੌਮੀ ਮੀਡੀਆ ਲਈ ਵੀ ਰਿਪੋਰਟਿੰਗ ਦੇ ਕੋਈ ਮਾਪਦੰਡ ਤੈਅ ਕੀਤੇ ਜਾਣ। ਕੌਮੀ ਮੀਡੀਆ ਬਹੁਤ ਗੁੰਮਰਾਹਕੁਨ ਪ੍ਰਚਾਰ ਕਰ ਰਿਹਾ। ਬਿਲਕੁਲ। ਉਹਨਾਂ ਲਈ ਵੀ ਕੋਈ ਨਾ ਕੋਈ ਟ੍ਰੇਨਿੰਗ ਦੀਆਂ ਕਲਾਸਾਂ ਲਾਈਆਂ ਜਾਣ, ਲਾਜ਼ਮੀ ਤੌਰ ਤੇ ਖੇਤੀਬਾੜੀ ਦੀਆਂ। ਉਹਨਾਂ ਨੇ ਆਪ ਖੇਤੀਬਾੜੀ ਇੰਨੀ ਕਦੀ ਕੀਤੀ ਨਹੀਂ। ਕੌਮੀ ਚੈਨਲਾਂ ਦੇ ਪੱਤਰਕਾਰਾਂ ਨੇ, ਕਈਆਂ ਦੇ ਪਰਿਵਾਰ ਕਰਦੇ ਹੋਣਗੇ ਖੇਤੀ, ਇੰਨੀਆਂ ਉਹ ਕਈ ਵਾਰੀ ਮੈਂ ਦੇਖਦਾ ਕਿ ਜਿਹੜੇ ਸਾਡੇ ਕੌਮੀ ਚੈਨਲ ਨੇ ਉਹ ਗੁੰਮਰਾਹਕੁਨ ਪ੍ਰਚਾਰ ਕਰਦੇ ਆ ਵੀ ਕਿਸਾਨ ਅੰਦੋਲਨ ਦੇ ਪਿੱਛੇ ਕਾਂਗਰਸ ਹੈ, ਵਿਰੋਧੀ ਲੀਡਰਾਂ ਨੇ ਕਿਸਾਨ ਅੰਦੋਲਨ ਨੂੰ ਹਵਾ ਦਿੱਤੀ ਹੈ। ਇਹ ਜ਼ਰੂਰ ਕਿਸਾਨ ਯੂਨੀਅਨਾਂ ਨੂੰ ਸੁਪਰੀਮ ਕੋਰਟ ਦੀ ਉਸ ਕਮੇਟੀ ਅੱਗੇ ਔਰ ਸੁਪਰੀਮ ਕੋਰਟ ਅੱਗੇ ਗੱਲ ਰੱਖਣੀ ਚਾਹੀਦੀ ਹੈ, ਤਾਂ ਹੀ ਜਿਹੜੇ ਸਾਡੇ ਕਿਸਾਨ ਹੈ ਉਹਨਾਂ ਦੇ ਹਿੱਤ ਬਚਣਗੇ। ਔਰ ਮੈਂ ਫੇਰ ਕਹਿੰਦਾ, ਸੁਪਰੀਮ ਕੋਰਟ ਨੂੰ ਸਮਝਾ ਦੇਣਾ ਚਾਹੀਦਾ ਹੈ ਖੇਤੀਬਾੜੀ ਹਰ ਸੂਬੇ ਦੇ ਹਾਲਾਤਾਂ ਮੁਤਾਬਕ ਹੈ। ਪੂਰੇ ਮੁਲਕ ਦੀ ਖੇਤੀਬਾੜੀ ਇੱਕ ਨਹੀਂ ਹੋ ਸਕਦੀ। ਬਿਲਕੁਲ। ਸੇਬ ਹਿਮਾਚਲ ਪ੍ਰਦੇਸ਼ 'ਚ, ਜੰਮੂ ਕਸ਼ਮੀਰ 'ਚ ਹੀ ਹੋ ਸਕਦਾ ਹੈ। ਸੇਬ ਰਾਜਸਥਾਨ 'ਚ ਹੋ ਜਾਊਗਾ ਜੀ? ਬਿਲਕੁਲ ਨਹੀਂ। ਮੂੰਗਫਲੀ ਪਹਾੜਾਂ 'ਚ ਨਹੀਂ ਹੁੰਦੀ। ਮੂੰਗਫਲੀ ਆ ਰਤੀਲੇ ਇਲਾਕੇ ਨੇ ਰਾਜਸਥਾਨ 'ਚ, ਗੁਜਰਾਤ, ਜੈਪੁਰ, ਜ਼ਰੂਰੀ ਨਹੀਂ ਕਿ ਰਤੀਲੇ ਇਲਾਕੇ, ਉੱਥੇ ਵੀ ਇਹੋ ਜਿਹੀ ਉਪਜਾਊ ਮਿੱਟੀ ਹੈ ਜਿੱਥੇ ਮੂੰਗਫਲੀ ਹੁੰਦੀ ਹੈ। ਬਿਲਕੁਲ ਹੈ ਜੀ। ਹਰ ਫਸਲ ਹਰ ਕਿਤੇ ਨਹੀਂ ਹੋ ਸਕਦੀ। ਝੋਨਾ ਪਹਾੜਾਂ 'ਚ ਹੋ ਜੂ, ਪਾਣੀ ਨਹੀਂ ਟਿਕਣਾ। ਬਿਲਕੁਲ ਹੈ ਜੀ। ਝੋਨਾ ਪਹਾੜ 'ਚ ਹੋ ਜੂ, ਦੱਸੋ ਜੰਮੂ ਕਸ਼ਮੀਰ ਜਾਂ ਹਿਮਾਚਲ 'ਚ? ਬਿਲਕੁਲ। ਕਿਵੇਂ ਪਾਣੀ ਰੋਕੋਗੇ?
ਭਾਖੜਾ ਡੈਮ 'ਚ ਹੋ ਸਕਦਾ ਮਿੱਟੀ ਮੁੱਟੀ ਪਾ ਕੇ, ਜੀ ਹੋ ਜੂ ਪਹਾੜ 'ਚ ਝੋਨਾ? ਬਿਲਕੁਲ ਨਹੀਂ ਹੋ ਹਰ ਸਕਦਾ। ਸੂਬੇ ਦੇ ਵਿੱਚ ਖੇਤੀਬਾੜੀ ਦੇ ਹਾਲਾਤ ਵੱਖਰੇ ਨੇ। ਪੰਜਾਬ ਤੇ ਹਰਿਆਣੇ 'ਚ ਝੋਨਾ ਕਣਕ ਮੁੱਖ ਹੈ, ਮਹਾਰਾਸ਼ਟਰ 'ਚ ਵੀ ਹੋਣ ਲੱਗ ਗਿਆ, ਛੱਤੀਸਗੜ੍ਹ 'ਚ ਵੀ ਹੋਣ ਲੱਗ ਗਿਆ, ਪਰ ਪੂਰੇ ਮੁਲਕ 'ਚ ਨਹੀਂ ਹੁੰਦਾ ਨਾ। ਨਾਰੀਅਲ ਸਮੁੰਦਰ ਦੇ ਕੰਢੇ ਹੁੰਦੇ ਆ ਨਾ ਜੀ, ਆ ਜਿਹੜਾ ਤੁਸੀਂ ਪੀਂਦੇ ਆ ਆਪਾਂ ਧੁੱਪ ਗਰਮੀਆਂ 'ਚ ਪਾਈਪ ਜੀ ਪਾ ਕੇ, ਬਿਲਕੁਲ ਆ ਕਿੰਨਾ ਮਹਿੰਗਾ ਵਿਕਦਾ ਨਾਰੀਅਲ, ਦੇਖੋ ਸਾਨੂੰ ਇੱਥੇ ਪੰਜਾਬ 'ਚ ਜੀ। ਹੈਂ ਜੀ, ਕਿੰਨਾ ਮਹਿੰਗਾ ਵਿਕਦਾ। 50-55 ਰੁਪਏ ਦਾ ਪੀਸ। 50 ਰੁਪਏ ਦਾ ਗਰਮੀਆਂ 'ਚ ਆ ਲੋਕਾਂ ਨੂੰ ਜਦੋਂ ਸੈੱਲ ਘਟਦੇ ਆ ਨਾ ਜੀ, ਕਹਿੰਦੇ ਸੈੱਲ ਵੱਧ ਜਾਂਦੇ ਨਾਰੀਅਲ ਨਾਲ, ਜੀ ਤੇ ਸੈੱਲ ਘਟੇ ਲੋਕ ਨਾਰੀਅਲ ਮਜਬੂਰੀ 'ਚ ਖਰੀਦਦੇ, 50 ਰੁਪਏ ਮੁੱਲ ਹੋ ਜਾਂਦਾ ਨਾਰੀਅਲ ਦਾ। ਉਹ ਬਾਹਰੋਂ ਲਿਆਉਂਦੇ ਨੇ, ਕਿੱਥੋਂ ਲਿਆਉਂਦੇ ਹੋਣੇ ਇਹ ਨਾਰੀਅਲ? ਇਹ ਕੇਰਲਾ ਸਾਈਡ ਤੋਂ ਜ਼ਿਆਦਾ। ਕੇਰਲਾ ਤੋਂ ਨਾਰੀਅਲ ਆਉਂਦੇ, ਦੇਖੋ 50 ਰੁਪਏ ਦਾ ਨਾਰੀਅਲ ਸਾਨੂੰ ਪੀਣਾ ਪੈਂਦਾ। ਜੀ ਆ ਗੋਭੀ ਰੁਪਏ ਦੀ ਨਹੀਂ ਵਿਕਦੀ, ਦੇਖੋ ਬਿਲਕੁਲ। ਆਲੂ 2 ਰੁਪਏ ਕਿਲੋ, ਨਾਰੀਅਲ ਜਿਹੜਾ ਉੱਥੋਂ ਆਉਂਦਾ ਹੈ। ਸੋ ਸੁਪਰੀਮ ਕੋਰਟ ਨੂੰ ਇਹ ਸਮਝਾਉਣਾ ਪੈਣਾ ਹੈ ਕਿ ਕਿਸਾਨ ਪੰਜਾਬ ਦੇ ਕਿਉਂ ਵਿਰੋਧ ਕਰ ਰਹੇ ਨੇ। ਅਬ ਮੈਂ ਇੱਕ ਇਹਨਾਂ ਦੇ ਯਸ਼ਪਾਲ ਜੀ ਨੇ, ਸਾਬਕਾ ਮੰਤਰੀ ਨੇ, ਖੈਰ MP ਨੇ, ਉਹ ਕਹਿੰਦੇ ਕਿ ਸਿਰਫ ਪੰਜਾਬ ਤੇ ਹਰਿਆਣਾ ਦੇ ਕਿਸਾਨ ਹੀ ਕਿਉਂ ਅੰਦੋਲਨ ਕਰ ਰਹੇ ਨੇ, ਸਾਰੇ ਦੇਸ਼ ਦੇ ਕਿਸਾਨ ਕਹਿ ਰਹੇ ਨੇ ਕਾਨੂੰਨ ਚੰਗੇ ਨੇ। ਮੈਂ ਫਿਰ ਉਹੀ ਗੱਲ ਕਹਿ ਰਿਹਾ ਜੀ ਹੈ ਜੀ, ਸਾਡੇ ਪੰਜਾਬੀਆਂ ਦਾ ਪਹਿਰਾਵਾ ਕੀ ਹੈ ਦੱਸੋ, ਕੀ ਹੈ ਸਾਡਾ ਕੌਮੀ ਪਹਿਰਾਵਾ, ਕੀ ਹੈ ਜੀ? ਬਿਲਕੁਲ। ਪਰ ਸਾਡੇ ਮੁਲਕ 'ਚ ਹਰ ਸੂਬੇ ਦਾ ਵੱਖਰਾ ਵੱਖਰਾ ਪਹਿਰਾਵਾ ਹੈ। ਟੋਪੀ ਸਾਰਿਆਂ ਦੀ ਵੱਖਰੀ ਵੱਖਰੀ ਹੈ। ਹਿਮਾਚਲ ਵਾਲਿਆਂ ਦੀ ਟੋਪੀ ਵੱਖਰੀ ਹੈ ਜੀ, ਕਿਸੇ ਭਾਈਚਾਰੇ ਦੀ ਟੋਪੀ ਵੱਖਰੀ ਹੈ ਜੀ ਮੋਦੀ ਸਾਹਿਬ ਅੱਜ ਕੱਲ੍ਹ ਪਾਉਂਦੇ ਨੇ ਉਹ ਗੋਲ ਜੀ ਹੁੰਦੀ ਉੱਤੋਂ, ਜੀ ਸੋਹਣੀ ਬੜੀ ਲੱਗਦੀ ਆ ਉਹ। ਆਪਾਂ ਕਿਤਾਬਾਂ 'ਚ ਪੜ੍ਹਦੇ ਸੀ ਜੈਂਟਲਮੈਨ, ਉਹ ਵੀ ਪਾਉਂਦੇ ਸੀ ਇੱਦਾਂ ਦੀ ਜੀ। ਜੈਂਟਲਮੈਨ। ਫਿਲਮਾਂ 'ਚ ਵੀ ਉਦਾਂ ਦੀ ਟੋਪੀ ਬਹੁਤ ਦੇਖੀ ਆਪਾਂ। ਜੀ ਮਤਲਬ ਇਹ ਉਦਾਹਰਨ ਦੇਣ ਦਾ ਮੇਰਾ ਮਤਲਬ ਇਹ ਹੈ ਕਿ ਮੁਲਕ 'ਚ ਪਹਿਰਾਵੇ ਵੱਖ-ਵੱਖ ਹੈ, ਮੁਲਕ 'ਚ ਕਾਰੋਬਾਰ ਵੱਖ-ਵੱਖ ਹੈ ਜੀ। ਹੁਣ ਸਾਡੇ ਪੰਜਾਬ 'ਚ ਕੋਲੇ ਦੀਆਂ ਖਾਣਾਂ ਹੈਗੀ? ਬਿਲਕੁਲ ਨਹੀਂ ਹੈਗੀਆਂ। ਸਾਡੇ ਰੇਤਾ ਹੈ, ਸਤਲੁਜ ਦੇ ਕੰਢਿਆਂ ਤੇ ਮਾਈਨਿੰਗ ਹੁੰਦੀ ਜਿਹੜੀ ਗੈਰ ਕਾਨੂੰਨੀ। ਦਾਰੂ ਮੰਨ ਲਿਆ ਵੀ ਸਾਰੇ ਆ ਮੁਲਕ 'ਚ, ਜੀ ਦਾਰੂ ਦਾ ਰੌਲਾ ਕੋਈ ਨਹੀਂ, ਉਹ ਵੇਚਦੇ ਹੀ ਐਡੀ ਮਹਿੰਗੀ ਹੈ। ਉਹਦਾ ਰੌਲਾ ਇਹ ਹੈ ਵੀ ਮਾਫੀਆ ਵੇਚੀ ਜਾਂਦਾ, ਉਹ ਨਾ ਵੇਚੇ, ਸਰਕਾਰੀ ਵੇਚ ਲਓ ਸਾਨੂੰ। ਜੀ ਹੁਣ ਉਹ ਵੀ ਸਮੱਸਿਆ ਦੇਖੋ ਉਹੀ ਹੈ, ਜਦੋਂ ਦਾਰੂ ਪ੍ਰਾਈਵੇਟ ਹੱਥਾਂ 'ਚ ਹੈ ਤਾਂ ਕਰਪਸ਼ਨ ਹੈ। ਆ ਪੰਜਾਬ 'ਚ ਦਾਰੂ ਪ੍ਰਾਈਵੇਟ ਹੱਥਾਂ 'ਚ ਕਰਪਸ਼ਨ ਹੈ। ਜੀ ਐਂ ਕਣਕ ਝੋਨਾ ਪ੍ਰਾਈਵੇਟ ਹੱਥਾਂ 'ਚ ਆਇਆ ਨਹੀਂ ਤੇ ਕਰਪਸ਼ਨ ਆ ਗਈ। ਬਿਲਕੁਲ। ਦਾਰੂ ਉਹ ਮਰਜ਼ੀ ਦੇ ਰੇਟ ਨਾਲ ਵੇਚਦੇ ਆ, ਝੋਨਾ ਕਣਕ ਉਹਨਾਂ ਨੇ ਮਰਜ਼ੀ ਦੇ ਰੇਟ ਨਾਲ ਚੱਕਣਾ। ਜਿਵੇਂ ਦੂਜੀਆਂ ਸਬਜ਼ੀਆਂ ਨੇ, ਫਲ ਸਬਜ਼ੀਆਂ ਨੇ, ਮਰਜ਼ੀ ਦੇ ਰੇਟ ਨਾਲ ਚੱਕਦੇ ਆ। ਇਹ ਸੁਪਰੀਮ ਕੋਰਟ ਨੂੰ ਹੁਣ ਸਮਝਾਉਣਾ ਪੈਣਾ। ਬਿਲਕੁਲ, ਇਹ ਸੁਪਰੀਮ ਕੋਰਟ ਨੂੰ ਇੱਕ ਇੱਕ ਗੱਲ ਹੁਣ ਸਮਝਾਉਣੀ ਪੈਣੀ ਹੈ। ਔਰ ਜਿਹੜੇ ਕਹਿੰਦੇ ਨੇ ਕਿ ਸਿਰਫ ਪੰਜਾਬ ਤੇ ਕਿਸਾਨ ਕਿਉਂ ਪ੍ਰੋਟੈਸਟ ਕਰ ਰਹੇ ਨੇ, ਕਿਉਂਕਿ ਪੰਜਾਬ ਤੇ ਹਰਿਆਣੇ 'ਚ ਕਣਕ ਤੇ ਝੋਨਾ ਸਾਡੀ ਮੁੱਖ ਫਸਲ ਹੈ। ਜੀ MSP ਲੱਗਦੀ ਹੈ ਇਹਦੇ ਤੇ, ਸਾਨੂੰ ਕੋਈ ਇਤਰਾਜ਼ ਨਹੀਂ। ਸੁਪਰੀਮ ਕੋਰਟ ਨੂੰ ਦੱਸ ਦੇਣ ਸਾਡੇ ਕਿਸਾਨ ਕਿ ਸਰਕਾਰ ਚੱਕ ਲੇ MSP ਤੇ। ਸਾਨੂੰ ਇਹ ਇਤਰਾਜ਼ ਨਹੀਂ ਕਿ ਪ੍ਰਾਈਵੇਟ ਅਦਾਰੇ ਕਿਉਂ ਚੱਕਣਗੇ, ਸਾਨੂੰ ਇਹ ਇਤਰਾਜ਼ ਹੈ ਕਿ ਸਰਕਾਰ ਕਿਉਂ ਨਹੀਂ ਚੱਕੂ। ਜੀ ਸਰਕਾਰ ਚੱਕੇ, ਕਾਨੂੰਨ ਬਣਾਵੇ MSP ਤੇ। ਦੇਖੋ ਗਗਨ ਜੀ, ਹੁਣ ਸੁਪਰੀਮ ਕੋਰਟ ਤੋਂ ਗੱਲ ਚੱਲ ਗਈ ਨਾ, ਹੁਣ MSP ਤੇ ਮੈਨੂੰ ਪੂਰਾ ਭਰੋਸਾ ਹੈ ਕਾਨੂੰਨ ਬਣ ਕੇ ਰਹੂ। ਪਰ ਹੁਣ ਜਦੋਂ MSP ਤੇ ਕਾਨੂੰਨ ਬਣੂਗਾ ਉਹ ਸਾਰੀਆਂ ਫਸਲਾਂ ਲਈ ਬਣੂ। ਬਿਲਕੁਲ। ਹਜੇ ਤੱਕ ਤਾਂ ਇਕੱਲਾ ਕਣਕ ਝੋਨੇ ਤੋਂ ਹੀ ਚੱਕਦੀ ਸੀ ਨਾ ਸਰਕਾਰ। ਜੀ ਹੁਣ ਸਾਰੀਆਂ ਫਸਲਾਂ ਸਰਕਾਰ ਨੂੰ MSP ਬਣਾ ਕੇ ਤੈਅ ਕਰਨੀਆਂ ਪੈਣੀਆਂ। ਔਰ ਇਹ ਸੁਧਾਰ ਹੋ ਜੂ ਕਿਤੇ ਨਾ ਕਿਤੇ। ਚੰਗੀ ਗੱਲ ਹੋ ਗਈ ਕਿ ਇਹ ਮਾਮਲਾ ਸੁਪਰੀਮ ਕੋਰਟ 'ਚ ਚਲਿਆ ਗਿਆ। ਮੇਰੀ ਨਜ਼ਰ ਦੇ ਮੁਤਾਬਕ ਕੁਝ ਲੋਕ ਕਿਸਾਨੀ ਅੰਦੋਲਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੁਪਰੀਮ ਕੋਰਟ ਅੱਗੇ ਸਾਰੀਆਂ ਗੱਲਾਂ ਸਾਡੇ ਕਿਸਾਨ ਰੱਖਣ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਜੀ। ਔਰ ਪੂਰੀ ਤਿਆਰੀ ਕਰਕੇ ਸੁਪਰੀਮ ਕੋਰਟ 'ਚ ਸਾਡੇ ਕਿਸਾਨ ਨੇ ਜਿਹੜੇ ਉਸ ਕਮੇਟੀ ਦਾ ਹਿੱਸਾ ਬਣਨ। ਜੀ ਤੇ ਡੱਲਰ ਜੀ, ਇੱਕ ਚਰਚਾ ਜਾਂਦੇ ਜਾਂਦੇ ਉਹ ਵੀ ਤੇਜ਼ ਆ, ਉਸ ਤੇ ਵੀ ਗੱਲਬਾਤ ਕਰਾਂਗੇ। ਕਹਿੰਦੇ ਕਿ ਜਿਸ ਹਿਸਾਬ ਦੇ ਨਾਲ ਅੰਦੋਲਨ ਜਿਹੜਾ ਤੇਜ਼ ਹੋ ਰਿਹਾ, ਹੋ ਸਕਦਾ ਹੈ ਕਿ ਇਹਨਾਂ ਕਾਨੂੰਨਾਂ ਦੇ ਵਿੱਚੋਂ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਨੂੰ ਬਾਹਰ ਰੱਖਿਆ ਜਾਵੇ। ਮੈਂ ਤੁਹਾਨੂੰ ਉਹੀ ਕਹਿ ਰਿਹਾ, ਇਹ ਸੰਭਾਵਨਾ ਹੈ ਸੂਤਰਾਂ ਦੇ ਮੁਤਾਬਕ। ਕਿਉਂ? ਦੇਖੋ ਹਜੇ ਤੱਕ MSP ਤੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਚੱਕਿਆ ਜਾ ਰਿਹਾ ਜੀ ਕਣਕ ਝੋਨਾ। ਹੁਣ ਜੇ ਸੁਪਰੀਮ ਕੋਰਟ 'ਚ ਮਾਮਲਾ ਪਹੁੰਚ ਗਿਆ, ਜੀ ਜੇ ਸੁਪਰੀਮ ਕੋਰਟ ਨੇ ਕਹਿਤਾ ਮੁਲਕ ਲਈ ਕਾਨੂੰਨ ਬਣਾਓ, ਫਿਰ ਪੂਰੇ ਮੁਲਕ 'ਚ ਚੱਕਣਾ ਪੈ ਸਕਦਾ। ਸਰਕਾਰ ਵਿੱਚ ਦਾ ਰਾਹ ਕੱਢੂਗੀ ਵੀ ਇੱਥੇ ਤਾਂ ਅਸੀਂ ਚੱਕ ਹੀ ਰਹੇ ਹਾਂ, ਇੱਥੇ ਗੱਲ ਨਿਬੇੜ ਲਓ। ਜੀ ਇਹ ਵੀ ਹੋ ਸਕਦਾ ਹੈ ਸਰਕਾਰ ਦੀ ਮਨਸ਼ਾ ਵੀ, ਨਾਲੇ ਪੁੰਨ ਨਾਲੇ ਫਲੀਆਂ। ਨਾਲੇ ਸਰਕਾਰ ਇਹ ਕਹਿ ਦੂਗੀ ਵੀ ਦੇਖੋ ਅਸੀਂ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੀ ਗੱਲ ਮੰਨ ਲਈ, ਜੀ ਪਰ MSP ਸਾਰੇ ਮੁਲਕ 'ਚ ਲੱਗਣੀ ਚਾਹੀਦੀ ਹੈ। ਬਿਲਕੁਲ। ਕਿਸਾਨ ਭਾਵੇਂ ਪੰਜਾਬ ਦਾ, ਭਾਵੇਂ ਹਰਿਆਣੇ ਦਾ, ਭਾਵੇਂ ਬਿਹਾਰ ਦਾ, ਭਾਵੇਂ UP ਦਾ, ਕਿਸਾਨ ਹੈ। ਕਿਸਾਨ ਨੂੰ ਵੱਖ ਕਰਕੇ ਨਾ ਦੇਖੋ। ਹਾਂ,
ਉਹਨਾਂ ਦੀਆਂ ਸਮੱਸਿਆਵਾਂ ਨੂੰ ਵੱਖ ਕਰਕੇ ਦੇਖੋ। ਜੀ ਪੰਜਾਬ ਦੇ ਕਿਸਾਨਾਂ ਦੀ ਸਮੱਸਿਆ ਹੋਰ ਹੈ, ਸਾਡੇ ਤਾਂ ਸਮਰਸੀਬਲ 150 ਫੁੱਟ ਹੋ ਗਿਆ ਜੀ ਡੂੰਘਾ। ਬਿਲਕੁਲ 1.5 ਲੱਖ ਰੁਪਏ ਦਾ ਸੈਂਟਰੀਫਿਊਗਲ ਪੰਪ, 2 ਲੱਖ ਰੁਪਏ ਪੰਪ ਲੱਗਣ ਤੇ ਆਉਂਦਾ ਜੀ ਖਰਚਾ। ਬਿਲਕੁਲ। ਇਹ ਕਹਿੰਦੇ ਮੁਫਤ ਬਿਜਲੀ ਬੰਦ ਕਰ ਦੇਣੀ ਹੈ। 2 ਲੱਖ ਰੁਪਏ ਪੰਪਾਂ ਤੇ ਲੱਗਦੇ ਆ ਜ਼ਮੀਨ ਚੋਂ ਪਾਣੀ ਕੱਢਣ ਨੂੰ ਜੀ। ਬਿਲਕੁਲ ਐਡੀ ਮਹਿੰਗੀ ਖੇਤੀ ਹੋ ਗਈ ਸਾਡੀ। ਹਿਮਾਚਲ ਵਾਲੇ ਨੂੰ ਨਹੀਂ ਲੋੜ ਸਮਰਸੀਬਲ ਪੰਪ ਲਾਉਣ ਦੀ, ਉੱਥੇ ਬਿਜਲੀ ਵੀ ਸਸਤੀ ਹੈ ਜੀ। ਹੈ ਜੀ। ਬਿਲਕੁਲ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜੇ ਹੁਣ ਵੀ ਸਰਕਾਰ ਪੰਜਾਬ, ਹਰਿਆਣਾ ਤੇ ਯੂਪੀ ਨੂੰ ਇਹਨਾਂ ਖੇਤੀ ਕਾਨੂੰਨਾਂ ਤੋਂ ਛੋਟ ਦੇ ਦੇ ਤੇ ਫਿਰ ਸਲਾਹ ਮਸ਼ਵਰੇ ਦੇ ਨਾਲ ਤਿੰਨਾਂ ਸੂਬਿਆਂ ਦੇ ਕਿਸਾਨਾਂ ਦੇ ਨਵੇਂ ਸਿਰੇ ਤੋਂ ਖੇਤੀ ਕਾਨੂੰਨ ਬਣਾ ਦੇ ਤੇ ਜ਼ਿਆਦਾ ਚੰਗੀ ਗੱਲ ਹੈ। ਹਜੇ ਵੀ ਵਕਤ ਹੈ, ਸਰਕਾਰ ਸੁਪਰੀਮ ਕੋਰਟ 'ਚ ਜਾ ਕੇ ਸਾਰੀ ਗੱਲ ਰੱਖੇ ਤੇ ਮਸਲਾ ਨਿਬੜੇ। ਬਿਲਕੁਲ। ਸੋ ਉਮੀਦ ਹੈ ਕਿ ਜਿਸ ਤਰ੍ਹਾਂ ਇਹ ਮਸਲਾ ਸੁਪਰੀਮ ਕੋਰਟ ਦੀ ਨਿਗਾਹ ਦੇ ਵਿੱਚ ਲਿਆਂਦਾ ਗਿਆ ਤੇ ਸੁਪਰੀਮ ਕੋਰਟ ਇਸ ਦੇ ਉੱਤੇ ਜਲਦ ਤੋਂ ਜਲਦ ਫੈਸਲਾ ਲਵੇਗੀ ਤੇ ਜਿਸ ਤਰ੍ਹਾਂ ਇੱਕ ਨੋਟਿਸ ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਵੀ ਜਾਰੀ ਹੋਇਆ, ਉਸ ਦੇ ਜਵਾਬ ਦੇ ਵਿੱਚ ਵੀ ਦੇਖਦੇ ਹਾਂ ਕਿ ਕਿਹੜੀਆਂ ਗੱਲਾਂ ਸਰਕਾਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਹੈ ਉਸ ਦੇ ਵੱਲੋਂ ਕੀ ਕਦਮ ਚੁੱਕੇ ਜਾਂਦੇ ਨੇ, ਉਸ ਦੇ ਉੱਤੇ ਸਭ ਦੀਆਂ ਨਿਗਾਹਾਂ ਰਹਿਣਗੀਆਂ। ਤੇ ਕਿਸਾਨੀ ਅੰਦੋਲਨ ਵੀ ਉਸੇ ਤਰ੍ਹਾਂ ਵੱਖ-ਵੱਖ ਬਾਰਡਰਾਂ ਦੇ ਉੱਤੇ ਤੇਜ਼ ਕੀਤਾ ਜਾ ਰਿਹਾ, ਜਿਸ ਤਰ੍ਹਾਂ ਕਿਸਾਨਾਂ ਦੀ ਅਗਲੀ ਰਣਨੀਤੀ ਤੈਅ ਹੋ ਰਹੀ ਹੈ। ਇੱਕ ਗੱਲ ਰਹਿ ਗਈ ਸੀ ਜੀ। ਆ ਗੰਨਾ ਸਾਰੇ ਮੁਲਕ 'ਚ ਬੀਜਿਆ ਜਾਂਦਾ ਹੈ ਜੀ। ਆ ਗੰਨੇ ਵਾਲੇ ਕਿਸਾਨਾਂ ਦੀ ਹਾਲਤ ਦੇਖ ਲਓ, ਗੰਨਾ ਬੀਜਣ ਵਾਲਿਆਂ ਦੀ। ਜੀ। 2 ਸਾਲ ਹੋ ਜਾਂਦੇ ਆ ਗੰਨਾ ਦਿੱਤਾ ਮਿੱਲਾਂ ਨੂੰ, ਪੈਸੇ ਨਹੀਂ ਮਿਲਦੇ। ਆ ਕਾਨੂੰਨ ਬਣਾਉਣ ਵਾਲੇ ਇਸ ਗੱਲ ਦਾ ਰੱਖਣ ਧਿਆਨ। ਦੱਸੋ ਕੋਈ ਗੰਨਾ ਪੈਦਾ ਕਰਕੇ, ਯੂਪੀ ਬਿਹਾਰ 'ਚ ਬਹੁਤ ਗੰਨਾ ਹੁੰਦਾ, ਯੂਪੀ 'ਚ ਤਾਂ ਬਹੁਤ ਹੁੰਦਾ। ਕਿੰਨਾ ਅੰਦੋਲਨ ਕਰਦੇ ਨੇ ਗੰਨਾ ਬੀਜਣ ਵਾਲੇ ਕਿਸਾਨ ਕਿ ਸਾਨੂੰ ਪੈਸਾ ਨਹੀਂ ਮਿਲਦਾ, ਸਾਨੂੰ ਪੈਸਾ ਨਹੀਂ ਮਿਲਦਾ, ਸਾਨੂੰ ਪੈਸਾ ਨਹੀਂ ਮਿਲਦਾ। ਉਹਨਾਂ ਦੇ ਪੈਸੇ ਦਵਾ ਲਓ ਪਹਿਲਾਂ, ਫਿਰ ਕਾਨੂੰਨ ਲਾਗੂ ਕਰਿਓ। ਬਿਲਕੁਲ। ਸੋ ਬਹੁਤ ਖਾਸ ਗੱਲਾਂ ਨੇ ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਡੱਲਾ ਜੀ ਨੇ ਸਾਂਝੀਆਂ ਕੀਤੀਆਂ ਨੇ। ਸੋ ਉਮੀਦ ਹੈ ਕਿ ਜਿਹੜੇ ਸਾਡੇ ਦਰਸ਼ਕ ਦੇਖਣ ਵਾਲੇ ਨੇ ਜਾਂ ਦਿੱਲੀ ਦੇ ਵਿੱਚ ਬਹਿ ਕੇ ਜਿਹੜੇ ਦੇਖ ਰਹੇ ਨੇ, ਉਹ ਆਗੂਆਂ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹੋਈਆਂ ਗੱਲਾਂ ਨੂੰ ਜ਼ਰੂਰ ਸਾਂਝੀਆਂ ਕਰਿਆ ਕਰੋ, ਕਿਉਂਕਿ ਇਹ ਸਭ ਦੇ ਲਈ ਆਪਣੇ ਦੇ ਲਈ ਫਾਇਦੇਮੰਦ ਹੋ ਸਕਦੇ ਨੇ। ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਲਈ ਤੇ ਪੂਰੇ ਪੰਜਾਬ ਅਤੇ ਪੂਰੇ ਦੇਸ਼ ਦੇ ਕਿਸਾਨਾਂ ਦੇ ਲਈ ਸਾਰਥਕ ਨਤੀਜੇ ਸਾਡੇ ਸਾਹਮਣੇ ਆਉਣ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ ਸਰ।